ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸਵਾਗਤ ਕਰਦੀ ਹਾਂ ਮੈਂ ਸਰਦਾਰ ਨਵਤੇਜ ਸਿੰਘ ਜੀ ਹੋਣਾ ਦਾ ਇਕਬਾਣੀ ਚੈਨਲ ਦੇ ਉੱਤੇ, ਜਿਹੜੇ ਕਿ ਜੀਪੀਸੀ ਸ੍ਰੀਨਗਰ ਦੇ ਵਿੱਚ ਬਤੌਰ ਮੈਂਬਰ ਆਪਣੀ ਸੇਵਾ ਨਿਭਾ ਰਹੇ ਨੇ ਤੇ ਸਾਬਕਾ ਸਕੱਤਰ ਜੀਪੀਸੀ ਸ੍ਰੀਨਗਰ ਵੀ ਰਹਿ ਚੁੱਕੇ ਨੇ। ਤੇ ਬਹੁਤ ਹੀ ਇਹਨਾਂ ਦੇ ਲਈ ਇੱਕ ਜਿਹੜੀ ਕਹਿ ਸਕਦੇ ਆ ਗੁਰੂ ਮਹਾਰਾਜ ਨੇੜੇ ਹੋ ਕੇ ਜਿਹੜੀ ਇਹਨਾਂ ਤੋਂ ਸੇਵਾ ਲਈ ਹੈ ਕਿ ਸਿੱਖ ਮਿਸ਼ਨਰੀ ਕਾਲਜ ਦੇ ਇਹ ਲੈਕਚਰਰ ਵੀ ਰਹਿ ਚੁੱਕੇ ਨੇ। ਤੇ ਆਪਣੀਆਂ ਜਿਹੜੇ ਦੁਨਿਆਵੀ ਤੌਰ ਦੇ ਉੱਤੇ ਸੇਵਾਵਾਂ ਨੇ ਉਹ ਵੀ ਸਰਦਾਰ ਨਵਤੇਜ ਸਿੰਘ ਜੀ ਹੋਣਾ ਨੇ ਬਹੁਤ ਹੀ ਬਾਖੂਬੀ ਨਿਭਾਈਆਂ ਨੇ। ਤਾਂ ਮੈਂ ਸਭ ਤੋਂ ਪਹਿਲਾਂ ਤਾਂ ਵੀਰ ਜੀ ਹੋਣਾ ਦਾ ਇੱਕ ਬਾਣੀ ਚੈਨਲ ਦੇ ਉੱਤੇ ਬਹੁਤ ਬਹੁਤ ਸਵਾਗਤ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕਬਾਣੀ ਚੈਨਲ ਦਾ ਜੀ ਵੀ ਧੰਨਵਾਦ ਬਹੁਤ ਹੀ ਧੰਨਵਾਦ ਜੀ। ਹੈ, ਜਿਹੜੇ ਅਵਸਰ ਪ੍ਰਾਪਤ ਕਰਵਾਉਂਦੇ ਹਨ ਹਰ ਕਿਸੇ ਜਿਹੜੇ ਸ਼ਖਸੀਅਤਾਂ ਹਨ ਸਾਡੇ ਕੌਮ ਦੇ ਨਾਲ ਸੰਬੰਧਿਤ, ਸਮਾਜਿਕ ਜਾਂ ਸਿਆਸੀ ਜਾਂ ਧਾਰਮਿਕ, ਕੋਈ ਵੀ ਪੱਖ ਲੈ ਲਓ ਜੀ ਤੁਸੀਂ ਜ਼ਿੰਦਗੀ ਦਾ, ਤੇ ਜਿਨ੍ਹਾਂ ਦੇ ਟੈਲੈਂਟ ਨੂੰ ਐਕਸਪਲੋਰ ਕਰਦੇ ਹੋ ਸਮਾਜ ਵਿੱਚ, ਤੇ ਜਿਹੜੇ ਸਾਡੇ ਇਸ਼ੂਜ਼ ਹਨ ਉਹਨਾਂ ਨੂੰ ਬੜੇ ਹੀ ਬੇਖੂਬੀ ਦੇ ਨਾਲ ਉਭਾਰਦੇ ਹੋ। ਜੀ ਵੀਰ ਜੀ, ਇਸ ਬਹੁਤ ਲਈ ਬਹੁਤ ਆਪ ਜੀ ਦਾ ਧੰਨਵਾਦ ਵੀ ਬਹੁਤ ਤੁਹਾਡਾ, ਬਹੁਤ ਕਿਉਂਕਿ ਧੰਨਵਾਦ। ਜੀ ਤੁਸੀਂ ਵੀ ਆਪਣੇ ਕਾਫੀ ਕੀਮਤੀ ਸਮੇਂ ਦੇ ਵਿੱਚੋਂ ਜਿਹੜਾ ਸਮਾਂ ਕੱਢਿਆ ਵਾ ਤੇ ਆਪਣੇ ਵਿਚਾਰ ਆ ਜਿਹੜੇ ਤੁਸੀਂ ਬਾਣੀ ਚੈਨਲ ਦੇ ਰਾਹੀਂ ਸਾਡੇ ਜਿਹੜੀ ਬਾਣੀ ਚੈਨਲ ਦੇ ਪਰਿਵਾਰ ਦੇ ਨਾਲ ਸਾਂਝੇ ਕਰੋਗੇ। ਵੀਰ ਜੀ ਹੁਣ ਬਤੌਰ ਮੈਂਬਰ ਤੁਸੀਂ ਜੀਪੀਸੀ ਦੇ ਵਿੱਚ ਜਿਹੜੀ ਸੇਵਾ ਨਿਭਾ ਰਹੇ ਹੋ ਤੇ ਗੱਲ ਕਰੀਏ ਜੇਕਰ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧਨਾ ਦੀ, ਤੁਸੀਂ ਕਾਫੀ ਲੰਮੇ ਸਮੇਂ ਤੋਂ ਇਸ ਦੇ ਵਿੱਚ ਆਪਣੀ ਜਿਹੜੀ ਸੇਵਾ ਨਿਭਾ ਰਹੇ ਹੋ, ਹਨਾ। ਸਭ ਤੋਂ ਪਹਿਲਾਂ ਤਾਂ ਜੀ ਮੈਂ ਚਾਹਾਂਗੀ ਕਿ ਥੋੜਾ ਜਿਹਾ ਚਾਨਣਾ ਇਸ ਗੱਲ ਤੇ ਪਾਓ ਕਿ ਗੁਰਦੁਆਰਾ ਸਾਹਿਬ ਦੀ ਪਰਿਭਾਸ਼ਾ ਕੀ ਹੈ, ਕਿਉਂਕਿ ਅੱਜ ਮੈਨੂੰ ਇਉਂ ਲੱਗਦਾ ਹੈ ਕਿ ਸਾਡੀ ਜਨਰੇਸ਼ਨ ਦੇ ਲਈ ਜਾਂ ਆਉਣ ਵਾਲੇ ਜਿਹੜੇ ਸਾਡੇ ਤੋਂ ਬਾਅਦ ਦੀ ਹੈ ਜਾਂ ਸਾਡੇ ਲਈ ਵੀ ਇਹ ਜਾਣਨਾ ਬਹੁਤ ਜ਼ਰੂਰੀ ਹੈ। ਦੇਖੋ ਜੀ, ਗੁਰਦੁਆਰਾ ਜਿਸ ਤਰ੍ਹਾਂ ਕਿ ਤੁਸੀਂ ਸ਼ਬਦ ਦੇਖ ਰਹੇ ਹੋ, ਗੁਰਦੁਆਰਾ ਦੋਵਾਂ ਸ਼ਬਦਾਂ ਦਾ ਸੁਮੇਲ ਹੈ, ਜੀ ਗੁਰ ਤੇ ਦੁਆਰਾ। ਤੇ ਜੇ ਹੁਣ ਗੁਰੂ ਦੇ ਸ਼ਬਦ ਦੀ ਅਸੀਂ ਵਿਆਖਿਆ ਕਰੀਏ, ਤੇ ਗੋ ਕਹਿੰਦੇ ਆ ਹਨੇਰੇ ਨੂੰ, ਰੂ ਕਹਿੰਦੇ ਨੇ ਦੂਰ ਕਰਨਾ। ਤੇ ਗੁਰੂ ਕੌਣ ਹੈ? ਜਿਹੜਾ ਹਨੇਰੇ ਨੂੰ ਦੂਰ ਕਰਦਾ ਹੈ। ਉਹ ਹਨੇਰਾ ਕਿਹੜਾ ਹੈ? ਉਹ ਹੈ ਅਗਿਆਨਤਾ ਦਾ ਹਨੇਰਾ। ਗੁਰੂ ਉਹ ਹੈ ਜਿਹੜਾ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਦਾ ਹੈ। ਤੇ ਦੁਆਰਾ, ਦੁਆਰਾ ਹੈ ਅਸਥਾਨ। ਤੇ ਸਿੱਖ ਧਰਮ ਵਿੱਚ ਗੁਰਦੁਆਰਾ ਜਿਹੜਾ ਸ਼ਬਦ ਹੈ, ਜਾਂ ਗੁਰਦੁਆਰਾ ਜਿਹੜਾ ਸਾਡਾ ਇੱਕ ਕਲਚਰ ਦਾ ਹਿੱਸਾ ਹੈ, ਸਾਡੇ ਰਿਲੀਜੀਅਸ ਧਾਰਮਿਕ ਜ਼ਿੰਦਗੀ ਦਾ ਇੱਕ ਹਿੱਸਾ ਹੈ, ਇਸ ਦੀ ਸਿੱਖ ਧਰਮ ਵਿੱਚ ਬਹੁਤ ਹੀ ਮਾਨਤਾ ਹੈ, ਬਹੁਤ ਹੀ ਮਾਨਤਾ ਹੈ, ਵਿਸ਼ੇਸ਼ਤਾ ਹੈ। ਵਿਸ਼ੇਸ਼ਤਾ ਇਸ ਕਰਕੇ ਹੈ ਕਿ ਗੁਰਦੁਆਰਾ ਜਿਹੜਾ ਹੈ ਇਹ ਗੁਰੂ ਉਪਦੇਸ਼ ਦਾ ਸੋਮਾ ਹੈ। ਗੁਰੂ ਉਪਦੇਸ਼ ਦਾ ਸੋਮਾ ਹੈ। ਜਿਹੜੇ ਉਪਦੇਸ਼ ਸਾਨੂੰ ਗੁਰੂ ਤੋਂ ਪ੍ਰਾਪਤ ਹੋਣੇ ਹਨ, ਉਹ ਗੁਰਦੁਆਰੇ ਤੋਂ ਹੀ ਸਾਨੂੰ ਪ੍ਰਾਪਤ ਹੋਣਗੇ। ਹੁਣ ਜਿੱਥੇ ਗੁਰਦੁਆਰਾ ਗੁਰੂ ਉਪਦੇਸ਼ ਦਾ ਸੋਮਾ ਹੈ, ਉਸ ਦੇ ਨਾਲ ਹੀ ਗੁਰਦੁਆਰਾ ਧਾਰਮਿਕ ਸਿੱਖਿਆ ਤੇ ਧਾਰਮਿਕ ਜੀਵਨ ਦਾ ਕੇਂਦਰ ਵੀ ਹੈ, ਇੱਕ ਜੀ ਸੈਂਟਰ ਹੈ ਸਾਡੇ ਲਈ। ਤੇ ਤੀਸਰੀ ਗੱਲ ਜਿਹੜੀ ਹੈ, ਗੁਰਦੁਆਰਾ ਪੂਜਾ ਪਾਠ ਦਾ ਅਸਥਾਨ ਹੈ। ਦੇਖੋ, ਜਿਹੜੀ ਮੈਡੀਟੇਸ਼ਨ ਹੈ, ਅਸੀਂ ਕਹਿੰਦੇ ਹਾਂ ਸਹਿਜ ਜਿਹੜੀ ਪ੍ਰਾਪਤ ਹੁੰਦੀ ਹੈ ਇਨਸਾਨ ਨੂੰ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਸਹਿਜ ਦੀ ਅਵਸਥਾ ਜਿਹੜੀ ਹੈ ਬੜੀ, ਇਹ ਆਪ ਜੀ ਸਮਝੋ ਕਿ ਇਹ ਧਾਰਮਿਕ ਪ੍ਰਾਪਤੀ ਦਾ ਇੱਕ ਸਿਖਰ ਹੈ, ਕਲਾਈਮੈਕਸ ਹੈ, ਜੇ ਅਸੀਂ ਦੂਸਰੇ ਸ਼ਬਦਾਂ ਵਿੱਚ ਇਸਨੂੰ ਕਹੀਏ ਸਿਖਰ ਹੈ। ਸਹਿਜ ਅਵਸਥਾ ਨੂੰ ਦੇਖੋ, ਲਾਵਾਂ ਅਸੀਂ ਜਦੋਂ ਕਰਦੇ ਹਾਂ, ਜਿਹੜਾ ਆਨੰਦ ਕਾਰਜ ਕਰਦੇ ਹਾਂ, ਲਾਸਟ ਤੇ ਅਖੀਰਲੀ ਲਾਂਵ ਵਿੱਚ ਅਸੀਂ ਪੜ੍ਹਦੇ ਹੀ ਹਾਂ, ਹਰ ਚੌਥੀ ਲਾਂਵ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜੀ। ਇਹ ਸਹਿਜ ਹੈ। ਤੇ ਸਹਿਜ ਅਵਸਥਾ ਪ੍ਰਾਪਤ ਕਰਨੀ, ਇਹ ਕੋਈ ਕਰੋੜਾਂ ਅਰਬਾਂ ਵਿੱਚੋਂ ਕੋਈ ਵਿਅਕਤੀ ਹੋਏਗਾ ਜਿਹੜੀ ਸਹਿਜ ਅਵਸਥਾ ਨੂੰ ਪ੍ਰਾਪਤ ਕਰਨਾ ਹੈ। ਤੇ ਗੁਰਦੁਆਰਾ ਜਿਹੜਾ ਹੈ ਇਹ ਸਾਡੇ ਧਾਰਮਿਕ ਸਿੱਖਿਆ, ਇਹ ਪੂਜਾ ਪਾਠ ਦੇ ਅਸਥਾਨ ਹਨ, ਮੈਡੀਟੇਸ਼ਨ ਸੈਂਟਰ। ਤੇ ਨਾਲ ਗੁਰਦੁਆਰਾ ਸਮਾਜ ਸੇਵਾ। ਦੇਖੋ ਹੁਣ ਕਿਤਨੇ ਪੱਖ ਗੁਰਦੁਆਰੇ ਦੇ ਨਾਲ ਜੁੜੇ ਹੋਏ ਹਨ। ਸਮਾਜ ਸੇਵਾ ਦੇ ਕੇਂਦਰ ਹਨ, ਜਿੱਥੇ ਸਾਨੂੰ ਸਮਾਜਿਕ ਤੌਰ ਤੇ ਸਿਖਲਾਈ ਮਿਲਦੀ ਹੈ ਕਿ ਧਾਰਮਿਕ ਤੌਰ ਤੇ, ਧਾਰਮਿਕ ਕਦਰਾਂ ਕੀਮਤਾਂ ਨੂੰ ਸਾਹਮਣੇ ਰੱਖ, ਵੈਲਿਊਜ਼ ਨੂੰ ਸਾਹਮਣੇ ਰੱਖ ਅਸੀਂ ਕਿਸ ਤਰ੍ਹਾਂ ਦੀ ਸੇਵਾਵਾਂ ਮਾਨਵਤਾ ਦੇ ਪ੍ਰਤੀ, ਇਹ ਨਹੀਂ ਕਿ ਕੇਵਲ ਸਿੱਖਾਂ ਦੇ ਪ੍ਰਤੀ ਹੀ, ਬੜਾ ਵਾਸਟ ਦਾਇਰਾ ਹੈ, ਬੜਾ ਵਸੀ ਸਾਡਾ ਵਿਸ਼ਾਲ ਜਿਹੜਾ ਇਹ ਹੈ ਇੱਕ ਦਾਇਰਾ ਸਾਡਾ ਗੁਰਮੁਖ ਦਾ, ਉਹ ਬਹੁਤ ਹੀ ਵਸੀ ਹੈ। ਮਾਨਵਤਾ ਦੀ
ਉਹ ਸੇਵਾਵਾਂ ਜਿਹੜੀਆਂ ਹਨ ਉਹ ਗੁਰਮਤ ਦੇ ਦਾਇਰੇ ਵਿੱਚ ਰਹਿ ਕੇ ਜਿਚਿਰ ਅੰਦਰ ਸਾਸ ਤਿਚਿਰ ਸੇਵਾ ਕੀ, ਉਹ ਜਿਹੜਾ ਇੱਕ ਸਾਨੂੰ ਸਿਖਲਾਈ ਹੈ, ਉਹ ਸਾਡੇ ਸਮਾਜਿਕ ਸੇਵਾ ਤੇ ਸਮਾਜਿਕ ਜੀਵਨ ਦੀ ਜਿਹੜੀ ਸਿਖਲਾਈ ਹੈ ਸਾਨੂੰ ਉਹ ਗੁਰਦੁਆਰੇ ਤੋਂ ਪ੍ਰਾਪਤ ਹੁੰਦੀ ਹੈ। ਤੇ ਜੇ ਹੁਣ ਗੁਰਬਾਣੀ ਦੇ ਸੰਦਰਭ ਵਿੱਚ ਵੀ ਇਸ ਨੂੰ ਅਸੀਂ ਵਿਚਾਰੀਏ, ਗੁਰਬਾਣੀ ਵਿੱਚ ਗੁਰਦੁਆਰਾ ਸ਼ਬਦ ਬਹੁਤ ਸਥਾਨਾਂ ਤੇ ਆਇਆ ਹੈ। ਆਪ ਜੀ ਦੇ ਲੋ ਗੁਰੂ ਨਾਨਕ ਦੇਵ ਜੀ ਨੇ ਵੀ ਗੁਰਦੁਆਰਾ ਸ਼ਬਦ ਜਿਹੜਾ ਹੈ ਇਹ ਪ੍ਰਯੋਗ ਵਿੱਚ ਲਿਆਇਆ ਹੈ। ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਅੱਛਾ ਨਾ ਹੋਏ ਸੀ, ਗੁਰਦੁਆਰੇ ਹੋਏ ਸੋ ਜੀ ਪਾਏ ਸੀ। ਦੇਖੋ ਹੁਣ ਗੁਰਦੁਆਰਾ ਦਾ ਸ਼ਬਦ ਇੱਥੇ ਆ ਗਿਆ। ਹੁਣ ਇੱਥੇ ਭਾਂਡਾ ਜਿਹੜਾ ਉਹ ਹਿਰਦੇ ਦੇ ਨਾਲ ਸੰਬੰਧਿਤ ਹੈ, ਉਸ ਦਾ ਜਿਹੜਾ ਸ਼ਬਦੀ ਮੀਨਿੰਗ ਹੈ ਇੱਥੇ ਹਿਰਦਾ ਹੈ। ਸਾਡਾ ਹਿਰਦਾ ਮਲੀਨ ਹੋ ਚੁੱਕਾ ਹੈ ਕਾਮ ਨਾਲ, ਕ੍ਰੋਧ ਨਾਲ, ਲੋਭ ਨਾਲ, ਹੰਕਾਰ ਨਾਲ, ਜਾਂ ਫਿਰ ਅਸੀਂ ਦੇਖਦੇ ਹਾਂ ਜਿਹੜੀ ਦੁਨਿਆਵੀ ਅੱਜ ਮਟੀਰੀਅਲਿਸਟਿਕ ਸਾਡੇ ਉੱਪਰ ਜ਼ੋਰ ਪਾ ਰਹੀਆਂ ਹਨ, ਇਹ ਫੈਕਟਰਸ ਜਿਹੜੇ ਹਨ ਬਹੁਤ ਹੀ ਜ਼ੋਰ ਪਾ ਰਹੇ ਹਨ ਸਾਡੇ ਉੱਪਰ, ਤੇ ਜਿਸ ਕਰਕੇ ਅਸੀਂ ਗੁਰਮਤਿ ਤੋਂ ਦੂਰ ਹੁੰਦੇ ਜਾ ਰਹੇ ਹਾਂ। ਸਾਡੇ ਹਿਰਦੇ ਵਿੱਚ ਉਹ ਚੀਜ਼ ਰਹੀ ਨਹੀਂ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਹਿਰਦਾ ਉਹੀ ਪਵਿੱਤਰ ਹੈ, ਅੱਛਾ ਸੋਏ ਜੋ ਤਿਸ ਭਾਵ ਸੀ, ਪਰ ਉਹ ਭਾਵੇਗਾ ਕਿਸ ਤਰ੍ਹਾਂ ਉਸ ਨੂੰ ਅਕਾਲ ਪੁਰਖ ਨੂੰ। ਗੁਰਦੁਆਰੇ ਹੋਏ ਸੋਜੀ ਪਾਈ ਸੀ, ਤੇ ਗੁਰੂ ਦੇ ਦੁਆਰੇ ਤੇ ਜਾ ਕੇ ਉਸ ਸੋਜੀ ਨੂੰ ਅਸੀਂ ਪ੍ਰਾਪਤ ਕਰਨਾ ਹੈ। ਤੇ ਜੇ ਅਸੀਂ ਉਹ ਪ੍ਰਾਪਤ ਕਰ ਲੈਂਦੇ ਹਾਂ ਤੇ ਫਿਰ ਆਪ ਜੀ ਸਮਝੋ ਕਿ ਸਾਡੇ ਜੀਵਨ ਦਾ ਜਿਹੜਾ ਇੱਕ ਵਿਕਾਸ ਹੈ, ਜਿਹੜਾ ਪ੍ਰੋਗਰੈਸ ਹੈ, ਉਹ ਜੀਵਨ ਦੇ ਹਰ ਪਰਪੇਖ ਵਿੱਚ, ਹਰ ਪਰਸਪੈਕਟਿਵ ਵਿੱਚ ਉਹ ਜਿਹੜੀ ਹੈ ਉਹ ਭਾਵੇਂ ਧਾਰਮਿਕ ਹੋਵੇ ਪੱਖ, ਸਮਾਜਿਕ ਹੋਵੇ, ਸਿਆਸੀ ਹੋਵੇ, ਜਾਂ ਫਿਰ ਆਰਥਿਕ ਪੱਖ ਹੋਵੇ। ਆਰਥਿਕ ਪੱਖ ਨੂੰ ਵੀ ਅਸੀਂ ਇਸ ਤੋਂ ਅਲਾਇਦਾ ਨਹੀਂ ਕਰ ਸਕਦੇ। ਆਰਥਿਕ ਪੱਖ ਹੋਵੇ, ਅਸੀਂ ਸਾਰੀਆਂ ਹੀ ਉਹਨਾਂ ਜਿਹੜੇ ਆਸਪੈਕਟਸ ਜ਼ਿੰਦਗੀ ਦੇ, ਖੇਤਰ ਹਨ ਜਿਹੜੇ ਜ਼ਿੰਦਗੀ ਦੇ, ਉਹਨਾਂ ਵਿੱਚ ਅਸੀਂ ਵਿਕਾਸ ਕਰ ਸਕਦੇ। ਇਹ ਗੁਰਦੁਆਰੇ ਦੀ ਜਿਹੜੀ ਇੱਕ ਪਰਿਭਾਸ਼ਾ ਮੈਂ ਆਪ ਜੀ ਨੂੰ ਦੱਸੀ ਹੈ, ਵਿਸ਼ੇਸ਼ਤਾ ਜਿਹੜੀ ਦੱਸੀ ਹੈ, ਉਹ ਇਹ ਹੈ ਗੁਰਬਾਣੀ ਦੇ ਅਨੁਕੂਲ। ਤੇ ਆਨੰਦ ਸਾਹਿਬ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ ਕਿ ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਤੇ ਵਜਾਇਆ ਵਾਜਾ ਪਵਨ ਨੌ ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਉਹ ਜਿਹੜਾ ਸਾਡਾ ਦਿਮਾਗ ਹੈ, ਜਿਹੜੀ ਸਾਡੀ ਸੋਝੀ ਹੈ, ਉਹ ਗੁਪਤ ਹੈ, ਬਾਕੀ 9 ਦੁਆਰੇ ਤੇ ਪ੍ਰਗਟ ਹਨ। ਪਰ ਉੱਥੇ ਵੀ ਗੁਰਦੁਆਰੇ ਲਾਏ ਪਾਵਨ, ਜੇ ਗੁਰਦੁਆਰੇ ਦੇ ਨਾਲ ਅਸੀਂ ਪ੍ਰੇਮ ਉਸ ਗੁਰੂ ਦੇ ਨਾਲ ਅਸੀਂ ਰੱਖਾਂਗੇ, ਇੱਕ ਨਾ 10ਵਾਂ ਦੁਆਰ ਦਿਖਾਇਆ, ਤੇ ਉਹ ਸੋਝੀ ਦਾ ਦੁਆਰ ਜਿਹੜਾ ਹੈ ਉਹ ਜਗ ਪੈਂਦਾ ਹੈ, ਤੇ ਸਾਡੇ ਅੰਦਰੋਂ ਜਿਹੜੀ ਅਗਿਆਨਤਾ ਹੈ ਉਹ ਦੂਰ ਹੋ ਜਾਂਦੀ ਹੈ। ਜਿਹੜਾ ਗੁਰੂ ਤੋਂ ਭਾਵ ਹੈ ਉਹ ਸਾਨੂੰ ਪ੍ਰਾਪਤ ਹੋ ਜਾਂਦਾ ਹੈ ਕਿ ਅੰਧੇਰਾ ਦੂਰ ਕਰਨ ਵਾਲਾ ਜਿਹੜਾ ਹੈ ਉਹ ਗੁਰੂ ਹੈ। ਤੇ ਗੁਰੂ ਜਿਹੜਾ ਹੈ ਉਹ ਸਿੱਖਿਆਵਾਂ ਜਿਹੜੀਆਂ ਹਨ, ਗੁਰੂ ਉਪਦੇਸ਼ ਦਾ ਸੋਮਾ ਜਿਹੜਾ ਹੈ ਉਹ ਗੁਰਦੁਆਰਾ ਹੈ ਸਾਡਾ। ਤੇ ਤਾਂ ਹੀ ਅਸੀਂ ਕਹਿੰਦੇ ਹਾਂ ਕਾਟੀ ਬੇਰੀ ਪਗੇ ਤੇ ਗੁਰ ਕੀ ਨਹੀਂ ਬੰਦ ਖਲਾ। ਜਿਹੜੀਆਂ ਸਾਡੀਆਂ ਬੇੜੀਆਂ ਪਈਆਂ ਹੋਈਆਂ, ਪੱਗ ਹੋਇਆ ਸਾਡੇ ਪੈਰਾਂ ਵਿੱਚ ਜਿਹੜੀਆਂ ਬੇੜੀਆਂ ਪਈਆਂ ਹੋਈਆਂ ਹਨ, ਸਾਡੇ ਕਾਮ ਦੀਆਂ, ਕ੍ਰੋਧ ਦੀਆਂ, ਲੋਭ ਦੀਆਂ, ਹੰਕਾਰ ਦੀਆਂ, ਜਾਂ ਸਾਡੇ ਸਮਾਜਿਕ ਡਿਕਲਿਨੇਸ਼ਨ ਦੀਆਂ, ਗਿਰਾਵਟ ਦੀਆਂ, ਜਾਂ ਸੋਸ਼ਲ ਇਵਿਲਸ ਦੀਆਂ, ਧਾਰਮਿਕ ਬੁਰਾਈਆਂ ਦੀਆਂ, ਉਹ ਸਾਰੀਆਂ ਜਿਹੜੀਆਂ ਹਨ ਬੇੜੀਆਂ ਉਹ ਕੱਟੀਆਂ ਜਾਂਦੀਆਂ ਹਨ। ਗੁਰ ਕੀ ਨਹੀਂ ਬੰਦ ਖਲਾਸ, ਉਸ ਤੋਂ ਖਲਾਸੀ ਸਾਨੂੰ ਗੁਰੂ ਦਿੰਦਾ ਹੈ, ਤੇ ਉਹ ਗੁਰੂ ਦਾ ਗਿਆਨ ਜਿਹੜਾ ਹੈ ਉਹ ਸਾਨੂੰ ਗੁਰਦੁਆਰੇ ਤੋਂ ਪ੍ਰਾਪਤ। ਜੀ ਜੀ ਬਿਲਕੁਲ ਵੀਰ ਜੀ, ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਗੁਰਦੁਆਰਾ ਸਾਹਿਬ ਦੀ ਪਰਿਭਾਸ਼ਾ ਇਹ ਬਿਆਨ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਮਤਲਬ ਸਾਨੂੰ ਸਹੀ ਮਾਇਨੇ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਅਰਥ ਕੀ ਹੈ, ਹਨਾ, ਸਮਝਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਹੀ ਅਸੀਂ ਜਦੋਂ ਉੱਥੇ ਜਾਵਾਂਗੇ ਉੱਥੇ ਉਸ ਤਰੀਕੇ ਦੇ ਨਾਲ ਵਿਚਰਾਂਗੇ। ਇਹ ਹੋ ਗਿਆ ਇੱਕ ਪੱਖ। ਹੁਣ ਦੂਸਰਾ ਵੀਰ ਜੀ, ਕਾਫੀ ਲੰਮੇ ਸਮੇਂ ਤੋਂ ਤੁਸੀਂ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਨ ਦੀਆਂ ਸੇਵਾਵਾਂ ਵੀ ਆ ਜਿਹੜੀਆਂ ਉਹ ਨਿਭਾ ਰਹੇ ਆ। ਤੇ ਹੁਣ ਜੇ ਆਪਾਂ ਪ੍ਰਬੰਧਨਾਂ ਵਾਲੇ ਪਾਸੇ ਆ ਜਾਈਏ, ਗੁਰਦੁਆਰਾ ਸਾਹਿਬ ਦੇ ਪ੍ਰਬੰਧਨਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ? ਤੁਸੀਂ ਜਿਵੇਂ ਦੇਖਿਆ ਕਿ ਗੁਰਦੁਆਰਾ ਪਹਿਲੇ ਜਿਹੜਾ ਨਾਮ ਹੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂ ਸ਼ੁਰੂ ਤੋਂ ਇਹ ਕਹਿੰਦਾ ਆਇਆ ਹਾਂ ਤੇ ਅੱਜ ਵੀ ਮੈਂ ਉਸ ਹੀ ਗੱਲ ਤੇ ਕਾਇਮ, ਭਾਵੇਂ ਇਸ ਦੇ ਲਈ ਮੇਰੀ ਆਲੋਚਨਾ ਵੀ ਕਈ ਜਗ੍ਹਾ ਹੋ ਜਾਂਦੀ ਹੈ। ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਨਾਮ ਹੀ ਆਪਣੇ ਆਪ ਵਿੱਚ ਪ੍ਰਗਟ ਕਰਦਾ ਹੈ ਕਿ ਜਿਹੜੇ ਵੀ ਅਸੀਂ ਪ੍ਰਬੰਧ ਵਿੱਚ ਆਉਂਦੇ ਹਾਂ ਇਹ ਗੁਰਦੁਆਰੇ ਦੇ ਅਫੇਅਰਸ ਨੂੰ ਚਲਾਉਣ ਦੇ ਲਈ ਹਨ। ਗੁਰਦੁਆਰੇ ਦੇ ਅਫੇਅਰਸ, ਹੁਣ ਗੁਰਦੁਆਰੇ ਅਫੇਅਰਸ ਨੂੰ ਅਸੀਂ ਆਈਡੈਂਟੀਫਾਈ ਕਰਨਾ ਹੈ, ਉਸਦੀ ਪਛਾਣ ਕਰਨੀ ਹੈ ਕਿ ਭਾਈ ਗੁਰਦੁਆਰਾ ਅਫੇਅਰਸ ਵਿੱਚ ਹੈ ਕੀ ਚੀਜ਼ ਹੈ। ਤੇ ਇੱਕ ਤੇ ਗੁਰਮਤ ਵਿਚਾਰਧਾਰਾ ਹੈ ਜਿਸ ਨੂੰ ਅਸੀਂ ਸ੍ਰੇਸ਼ਟਤਾ ਦੇ ਕੇ ਦੇਣੀ ਹੈ, ਤੇ ਉਸ ਦੇ ਅਨੁਕੂਲ ਅਸੀਂ ਗੁਰਦੁਆਰਾ ਪ੍ਰਬੰਧ ਚਲਾਉਣਾ ਹੈ। ਦੂਸਰੀ ਸਾਡੇ ਕੋਲ ਹੈ ਐਕਟ, ਜਿਹੜਾ ਜੰਮੂ ਕਸ਼ਮੀਰ ਰਿਲੀਜੀਅਸ ਐਂਡ ਐਂਡੋਮੈਂਟ ਐਕਟ 1973, ਜਿਸ ਦੀ ਮੋਡੀਫਿਕੇਸ਼ਨ ਫਿਰ 75 ਵਿੱਚ ਹੋਈ ਸੀ। ਉਹਨਾਂ ਦੋਹਾਂ ਨੂੰ ਸਾਹਮਣੇ ਰੱਖ, ਦੋਨਾਂ ਹੀ ਪਰਪੇਖਾਂ ਵਿੱਚ ਅਸੀਂ ਗੁਰਦੁਆਰੇ ਦਾ ਜਿਹੜਾ ਪ੍ਰਬੰਧ ਹੈ
ਉਹ ਕਰਨਾ ਹੈ। ਤੇ ਪ੍ਰਬੰਧ ਵਿੱਚ ਸਭ ਤੋਂ ਜਿਹੜੀ ਸ੍ਰੇਸ਼ਟ ਗੱਲ ਹੈ, ਮੈਂ ਇੱਥੇ ਦੇ ਪ੍ਰਬੰਧ ਦੇ ਲਈ ਨਹੀਂ ਇਹ ਗੱਲ ਕਹਾਂਗਾ, ਮੈਂ ਸਮੁੱਚੇ ਵਿਸ਼ਵ ਦੇ ਲਈ ਇਹ ਗੱਲ ਕਹਾਂਗਾ। ਭਾਵੇਂ ਉਹ ਸਾਡੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਨ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ, ਜਾਂ ਫਿਰ ਹੋਰ ਲੋਕਲ ਕਮੇਟੀਜ਼ ਹਨ, ਸਭ ਤੋਂ ਸ੍ਰੇਸ਼ਟਤਾ ਅਸੀਂ ਦੇਣੀ ਹੈ ਗੁਰੂ ਦੇ ਸ਼ਬਦ ਦੇ ਪ੍ਰਚਾਰ ਦੀ। ਕਿਉਂਕਿ ਸ਼ਬਦ ਗੁਰੂ ਸੁਰਤ ਤੁਨ ਚੇਲਾ, ਜੇ ਅਸੀਂ ਉਸ ਸ਼ਬਦ ਨੂੰ ਹੀ ਨਹੀਂ ਪ੍ਰਚਾਰਦੇ, ਜੇ ਸ਼ਬਦ ਦਾ ਹੀ ਪ੍ਰਚਾਰ ਨਹੀਂ ਕਰਦੇ ਅਸੀਂ, ਕਿਉਂਕਿ ਸ਼ਬਦ ਹੀ ਗੁਰੂ ਹੈ। ਅੱਜ ਸਾਡੇ ਕੋਲ ਕੋਈ ਫਿਜ਼ੀਕਲ ਗੁਰੂ ਨਹੀਂ ਹੈ, ਅੱਜ ਸਾਡੇ ਕੋਲ ਗੁਰੂ ਜਿਹੜਾ ਹੈ ਉਹ ਗੁਰੂ ਸ਼ਬਦ ਹੈ, ਤੇ ਗੁਰੂ ਸ਼ਬਦ ਵਿੱਚ ਹੀ ਸਾਡੇ ਸਿਧਾਂਤ ਛੁਪੇ ਹੋਏ ਹਨ, ਸਾਡੇ ਜੀਵਨ ਦਾ ਵਿਕਾਸ ਛੁਪਿਆ ਹੋਇਆ ਹੈ, ਸਾਡੇ ਜੀਵਨ ਦੀ ਤਰੱਕੀ ਜਿਹੜੀ ਹੈ ਉਹ ਸੁਨਿਸ਼ਚਿਤ ਹੋ ਸਕਦੀ ਹੈ ਗੁਰੂ ਸ਼ਬਦ ਨੂੰ ਗ੍ਰਹਿਣ ਕਰਨ ਦੇ। ਤੇ ਜੇ ਗੁਰੂ ਸ਼ਬਦ ਦਾ ਪ੍ਰਚਾਰ ਹੀ ਨਹੀਂ ਹੋਇਆ ਤੇ ਟ੍ਰੈਡੀਸ਼ਨਲੀ ਅਸੀਂ ਜੁੜੇ ਰਹੇ ਬਾਕੀ ਗੱਲਾਂ ਦੇ ਨਾਲ, ਮਤਲਬ ਜਿਹੜਾ ਅੱਜ ਧਰਮ ਅਸੀਂ ਦੇਖ ਰਹੇ ਹਾਂ, ਪ੍ਰਬੰਧ ਜਿਹੜਾ ਦੇਖ ਰਹੇ ਹਾਂ, ਬਹੁਤ ਅੱਜ ਜਿਹੜੇ ਇੰਟੈਲੈਕਚੁਅਲ ਤਬਕਾ ਹੈ ਉਹ ਵੀ ਕਹਿ ਰਿਹਾ ਹੈ ਕਿ ਇਹ ਜਿਹੜਾ ਵਪਾਰੀਕਰਨ ਜਿਹੜਾ ਹੈ ਇਹ ਗੁਰਦੁਆਰਾ ਸਿਸਟਮ ਦਾ ਹੋ ਰਿਹਾ ਹੈ। ਵਪਾਰੀਕਰਨ, ਮੈਂ ਇਸ ਨੂੰ ਕਹਾਂਗਾ ਕਮਰਸ਼ਲਾਈਜੇਸ਼ਨ ਆਫ ਗੁਰਦੁਆਰਾ, ਉਹ ਅਸੀਂ ਨਹੀਂ ਕਰਨਾ, ਕਿਉਂਕਿ ਮੈਡੀਟੇਸ਼ਨ ਸੈਂਟਰਸ ਹਨ, ਇੱਥੇ ਅਸੀਂ ਪੂਜਾ ਪਾਠ ਕਰਨਾ ਹੈ ਤੇ ਆਪਣੇ ਧਰਮ ਨੂੰ ਵਿਕਾਸ ਦੇ ਰਾਹ ਤੇ ਤੋਰਨਾ ਹੈ। ਤੇ ਸਭ ਤੋਂ ਸ੍ਰੇਸ਼ਟ ਜਿਹੜੀ ਇਸ ਵਿੱਚ ਹੈ ਉਹ ਹੈ ਕਿ ਅਸੀਂ ਗੁਰਮਤ ਦੇ ਪ੍ਰਚਾਰ ਨੂੰ ਸਹੀ ਪਰਸਪੈਕਟਿਵ ਵਿੱਚ, ਦੇਖੋ ਪ੍ਰਚਾਰ ਤੇ ਬਹੁਤ ਹੋ ਰਿਹਾ ਪਰ ਅਸੀਂ ਪ੍ਰਮਾਣਿਤ ਪ੍ਰਚਾਰ ਨੂੰ ਦੇਖਣਾ। ਹੁਣ ਸਾਡੇ ਕੋਲ ਪ੍ਰੋਫੈਸਰ ਸਾਹਿਬ ਸਿੰਘ ਜੀ ਦੀਆਂ ਕਿਤਾਬਾਂ ਹਨ, ਜਿਹੜਾ ਸਾਡੇ ਧਰਮ ਵਿੱਚ ਸਭ ਤੋਂ ਪ੍ਰਮਾਣਿਤ ਜਿਹੜਾ ਮੰਨਿਆ ਜਾਂਦਾ ਹੈ ਕਿ ਜਿਹੜਾ ਗੁਰਮਤ ਦੀ ਵਿਆਖਿਆ ਹੈ, ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ। ਅੱਜ ਤੁਸੀਂ ਦੇਖਦੇ ਹੋ ਸਾਡੇ ਜਿਹੜੀਆਂ ਪੰਥ ਵਿਰੋਧੀ ਤਾਕਤਾਂ, ਆਪ ਜੀ ਦੇਖੋ ਬਹੁਤ ਸਾਰੀਆਂ ਪੰਥ ਵਿਰੋਧੀ ਤਾਕਤਾਂ ਐਸੀਆਂ ਵੀ ਹਨ ਅੱਜ ਜਿਹੜੀਆਂ ਕਿ ਗੁਰਮਤ ਵਿਰੋਧੀ ਪ੍ਰਚਾਰ ਕਰ ਰਹੀਆਂ। ਇੱਥੇ ਤਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡਾ ਜਿਹੜਾ ਧਾਰਮਿਕ ਗ੍ਰੰਥ ਹਨ ਉਹਨਾਂ ਵਿੱਚ ਅਡਲਟਰੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਯਾਨੀ ਕਿਸੇ ਨਾ ਕਿਸੇ ਤਰੀਕੇ ਉਹਨਾਂ ਵਿੱਚ ਵਿਗਾੜ ਜਿਹੜਾ ਹੈ, ਤਾਂ ਕਿ ਅਸੀਂ ਸਿਧਾਂਤਕ ਪੱਖੋਂ ਉਸ ਵਿੱਚ ਵਿਗਾੜ ਆ ਜਾਵੇ। ਜੇ ਸਿਧਾਂਤਕ ਪੱਖੋਂ ਵਿਗਾੜ ਆ ਗਿਆ ਤੇ ਸਾਡੇ ਸਾਰੇ ਇਨਫਰਾਸਟ੍ਰਕਚਰ ਵੀ, ਜਿਹੜਾ ਸਿੱਖੀ ਦਾ ਇਨਫਰਾਸਟ੍ਰਕਚਰ ਗੁਰੂ ਨਾਨਕ ਦੇਵ ਜੀ ਨੇ ਆਰੰਭ ਕੀਤਾ ਸੀ ਤੇ ਜਿਸ ਦੀ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ, ਉਹ ਉਸ ਵਿੱਚ ਵਿਗਾੜ ਕਰਨ ਦੀ ਕੋਸ਼ਿਸ਼ ਜਿਹੜੀ ਐਂਟੀ ਫੋਰਸਿਸ ਹਨ, ਉਹ ਜਿਹੜੀ ਵਿਰੋਧੀ ਤਾਕਤਾਂ ਹਨ ਉਹ ਕਰ ਰਹੀਆਂ ਹਨ। ਤੇ ਪ੍ਰਬੰਧਕ ਕਿਤਨਾ ਸੁਚੇਤ ਹੋਣਾ ਚਾਹੀਦਾ ਹੈ ਕਿ ਉਸਨੂੰ ਇਸ ਦਾ ਇਲਮ ਹੋਣਾ ਚਾਹੀਦਾ ਕਿ ਸਾਡੇ ਇਹ ਜਿਹੜੇ ਸਿਧਾਂਤ ਹਨ, ਇੱਕ ਤੇ ਅਸੀਂ ਇਹਨਾਂ ਨੂੰ ਬਚਾਉਣਾ ਹੈ, ਸਹੀ ਪਰਪੇਖ ਵਿੱਚ ਪੇਸ਼ ਕਰਨਾ ਹੈ ਸੰਸਾਰ ਦੇ ਸਾਹਮਣੇ, ਤੇ ਦੂਸਰਾ ਇਸ ਵਿੱਚ ਕਿਸੇ ਵੀ ਵਿਰੋਧੀ ਤਾਕਤ ਵੱਲੋਂ ਅਡਲਟਰੇਸ਼ਨ ਕਰਨ ਦੀ ਜਿਹੜੀ ਇਹ ਹੈ ਕੋਸ਼ਿਸ਼, ਉਸਨੂੰ ਨਾਕਾਮ ਕਰਨਾ ਹੈ। ਤੇ ਇਸ ਦੇ ਲਈ ਸਾਨੂੰ ਬੜੇ ਹੀ ਪ੍ਰਮਾਣਿਤ ਤਰੀਕੇ ਦੇ ਨਾਲ ਚੰਗੇ ਪ੍ਰਚਾਰਕਾਂ ਨੂੰ ਬੁਲਾ ਕੇ, ਤੇ ਜਿੱਥੇ ਪ੍ਰਬੰਧਕ ਆਪ ਵੀ ਸੁਚੇਤ ਹੋਣ ਕਿ ਭਾਈ ਅਸੀਂ ਕਿਸ ਤਰ੍ਹਾਂ ਪ੍ਰਚਾਰ ਕਰਨਾ ਹੈ, ਤੇ ਔਰ ਉਹਨਾਂ ਨੂੰ ਇਤਨਾ ਗਿਆਨ ਹੋਣਾ ਚਾਹੀਦਾ ਹੈ ਕਿ ਨਹੀਂ, ਸਾਡਾ ਜਿਹੜਾ ਪ੍ਰਚਾਰ ਹੈ ਸਾਡੀ ਸਟੇਜ ਤੋਂ ਇਹ ਬੜੇ ਹੀ ਪ੍ਰਭਾਵਸ਼ਾਲੀ ਤੇ ਅਸਰਦਾਰ ਤਰੀਕੇ ਦੇ ਨਾਲ ਹੋ ਰਿਹਾ ਹੈ। ਪਹਿਲੀ ਤੇ ਗੱਲ ਇਹ ਹੈ। ਦੂਸਰਾ ਸਿਸਟਮ ਜਿਹੜਾ ਅਸੀਂ ਕੋਸ਼ਿਸ਼ ਕੀਤੀ ਸੀ ਪਿਛਲੀ ਵਾਰ, ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀਨਗਰ ਨੇ ਖਾਸ ਕਰਕੇ, ਕਿ ਅਸੀਂ ਸਟੇਜ ਨੂੰ ਪੋਲਿਟਿਸਾਈਜ਼ ਨਹੀਂ ਹੋਣ ਦਿੱਤਾ ਸੀ। ਤੇ ਕਈ ਐਸੇ ਵੀ ਗਏ ਸਨ ਜਿਹੜੇ ਸਾਨੂੰ ਬੜਾ ਵਿਰੋਧ ਕਰਦੇ ਸਨ ਕਿ ਭਾਈ ਅਸੀਂ ਕੁਛ ਨਾ ਕੁਛ ਤੇ ਪ੍ਰਾਪਤ ਕਰਨਾ ਹੈ। ਤੇ ਪਰ ਜਦੋਂ ਅਸੀਂ 70 ਸਾਲ ਦਾ ਅਸੀਂ ਆਪਣਾ ਇਹ ਇਤਿਹਾਸ ਦੇਖਦੇ ਹਾਂ ਕਿ ਅਸੀਂ ਗੁਰਦੁਆਰੇ ਸਟੇਜਾਂ ਤੇ ਬੜੇ ਚੰਗੇ ਲੀਡਰਾਂ ਨੂੰ ਵੀ ਬੁਲਾਉਂਦੇ ਹਾਂ, ਬੜੇ ਪੋਲੀਟੀਸ਼ੀਅਨਸ ਨੂੰ ਵੀ ਬੁਲਾਉਂਦੇ ਹਾਂ, ਭਾਵੇਂ ਉਹ ਐਨਸੀ ਦੇ ਨਾਲ ਹੁੰਦੇ ਹਨ, ਭਾਵੇਂ ਆਪਣੇ ਕਾਂਗਰਸ ਦੇ ਨਾਲ ਹੁੰਦੇ ਹਨ, ਉਹ ਆ ਕੇ ਸਾਨੂੰ ਗੁਰਮੁਖ ਦਾ ਲੈਕਚਰ ਵੀ ਦੇ ਜਾਂਦੇ ਹਨ। ਤੇ ਉਹਦਾ ਜਿਹੜਾ ਗੁਰਮੁਖ ਦਾ ਲੈਕਚਰ ਉਹ ਦਿੰਦੇ ਹਨ, ਕਈ ਵਾਰ ਬੜਾ ਹੀ ਦੁੱਖ ਹੁੰਦਾ ਹੈ, ਹਿਰਦੇ ਨੂੰ ਸੱਟ ਵੱਜਦੀ ਹੈ ਕਿ ਉਹ ਕਿਤਨੇ ਗਲਤ ਤਰੀਕੇ ਦੇ ਨਾਲ ਸਾਡੇ ਉਸ ਸਿਧਾਂਤ ਨੂੰ ਪ੍ਰਚਾਰਦੇ ਹਨ। ਤੇ ਕਈ ਲੋਕ ਸਾਡੇ ਵਿੱਚ ਇਤਨੇ ਅਣਜਾਣ ਹੁੰਦੇ ਹਨ, ਬੜੀ ਵਾਹ ਕਰਨ ਲੱਗਦੇ ਹਨ ਕਿ ਭਾਈ ਦੇਖੋ ਕਿੰਨਾ ਸੋਹਣਾ ਲੈਕਚਰ ਦੇ ਗਿਆ ਜੀ, ਫਲਾਣਾ ਲੀਡਰ ਆਇਆ ਸੀ, ਫਲਾਣਾ ਲੀਡਰ ਆਇਆ ਸੀ। ਤੇ ਉਹ ਜਿਹੜੀ ਗੱਲ ਹੈ ਉਹ ਅਸੀਂ ਉਸ ਦੀ ਦੁਰਵਰਤੋਂ ਜਿਹੜੀ ਹੈ ਗੁਰੂ ਦੀ, ਦੇਖੋ ਕਹਿੰਦੇ ਨੇ ਗੁਰੂ ਦੀ ਅਮਾਨਤ ਹੈ, ਗੁਰੂ ਦੀ ਸਟੇਜ ਗੁਰੂ ਦੀ ਅਮਾਨਤ ਹੈ, ਇਸ ਵਿੱਚ ਸ਼ਾਂਤ ਨਹੀਂ ਕਰਨਾ। ਹਾਂ, ਇੱਕ ਗੱਲ ਜ਼ਰੂਰ ਹੈ, ਸਾਡੇ ਗੁਰਦੁਆਰੇ ਵਿੱਚ ਕੋਈ ਵੀ ਆ ਸਕਦਾ ਹੈ, ਮਾਣ ਸਤਿਕਾਰ ਕਰਨਾ ਪ੍ਰਬੰਧਕਾਂ ਦਾ ਫਰਜ਼ ਹੈ, ਪਰ ਪੋਲਿਟਿਸਾਈਜ਼ ਜੇ ਅਸੀਂ ਕਰ ਦਈਏ ਇਸ ਦਾ ਮਤਲਬ ਹੈ ਅਸੀਂ ਐਫੀਲੀਏਟ ਹੋ ਜਾਵਾਂਗੇ ਕਿਸੇ ਨਾ ਕਿਸੇ ਪਾਰਟੀ ਦੇ ਨਾਲ, ਜ਼ਰੂਰ ਐਫੀਲੀਏਟ ਹੋ ਜਾਵਾਂਗੇ ਜੇ ਅਸੀਂ ਕਿਸੇ ਵਿਸ਼ੇਸ਼ ਵਿਅਕਤੀ ਨੂੰ ਬੁਲਾਉਂਦੇ। ਬਾਕੀ ਗੌਰਮੈਂਟ ਦੇ ਆਫੀਸ਼ੀਅਲਸ ਆਉਂਦੇ ਹਨ, ਉਹਨਾਂ ਵਿੱਚ ਉਹਨਾਂ ਦਾ ਫਰਜ਼ ਹੈ, ਉਹ ਸਾਡੇ ਤੇ ਆਸਾਨ ਨਹੀਂ ਕਰ ਰਹੇ। ਇਹ ਵੀ ਮੈਂ ਤੁਹਾਨੂੰ ਕਹਿ ਦਿੰਦਾ, ਮੈਂ ਸਟੇਜ ਤੇ ਵੀ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਗੁਰਦੁਆਰੇ ਜਿਹੜੇ ਆ ਰਹੇ ਹਨ, ਜਿਸ ਤਰ੍ਹਾਂ ਬਾਕੀ ਧਰਮਾਂ ਵਿੱਚ ਉਹ ਜਾਂਦੇ ਹਨ, ਕੰਮ ਕਰਦੇ ਹਨ, ਜਿਸ ਤਰ੍ਹਾਂ ਅਮਰਨਾਥ ਯਾਤਰਾ ਹੁੰਦੀ ਹੈ, ਪੂਰੀ ਗਵਰਨਮੈਂਟ ਮਿਸ਼ਨਰੀ ਜਿਹੜੀ ਹੈ ਉਹਨਾਂ ਵਿੱਚ ਇਨਵਾਲਵ ਹੋ ਜੇ, ਮੇਰੀ ਵੀ ਡਿਊਟੀ ਕਈ ਵਾਰੀ ਲੱਗੀ ਹੈ ਉਸ ਵਿੱਚ, ਤੇ ਅਸੀਂ ਜਾਂਦੇ ਸੀ ਕਿਉਂਕਿ ਗਵਰਨਮੈਂਟ ਆਰਡਰ ਸੀ, ਅਸੀਂ ਗਵਰਨਮੈਂਟ ਦੇ EMPLOYE ਸੀ। ਤੇ ਉਹ ਉਹਨਾਂ ਦਾ ਫਰਜ਼ ਹੈ, ਉਹਨਾਂ ਨੇ ਹਰ ਵਿਅਕਤੀ ਨੂੰ, ਕਿਉਂਕਿ ਸਾਡਾ ਫੰਡਾਮੈਂਟਲ ਰਾਈਟ ਹੈ, ਉਹ ਸਾਡੇ ਤੇ ਕੋਈ ਆਸਾਨ ਨਹੀਂ ਕਰ ਰਿਹਾ ਸਿੱਖ ਧਰਮ ਦੇ ਉੱਪਰ ਕਿ ਸਾਡੇ ਕੁਝ ਉਹਨਾਂ ਨੇ ਕਰਨੀ ਹੈ ਡਿਊਟੀ। ਇਹ ਸਾਡਾ ਐਜ਼ ਇੰਡੀਅਨ ਸਿਟੀਜ਼ਨ ਸਾਡਾ ਇਹ ਫੰਡਾਮੈਂਟਲ ਰਾਈਟ ਹੈ
ਕਿ ਉਹ ਸਾਨੂੰ ਹਰ ਜਿਹੜੀ ਸੁਵਿਧਾ ਹੈ ਉਹ ਸਾਨੂੰ ਪ੍ਰਾਪਤ ਕਰਵਾਉਣ ਤੇ ਅਸੀਂ ਉਹਨਾਂ ਦਾ ਮਾਣ ਸਤਿਕਾਰ ਕਰਨਾ ਹੈ। ਆਓ ਜੀ ਬੈਠੋ ਜੀ, ਇਹ ਨਹੀਂ ਕਿ ਆ ਗਿਆ ਕੋਈ ਤੇ ਅਸੀਂ ਕੀਰਤਨੀਆਂ ਨੂੰ ਕੀਰਤਨ ਕਰਦਿਆਂ ਰੋਕ ਦਈਏ ਜਾਂ ਲੈਕਚਰਰ ਨੂੰ ਲੈਕਚਰ ਕਰਦਿਆਂ ਰੋਕ ਦਈਏ ਤੇ ਐਸੇ ਕੰਮ ਕਰੀਏ ਜਿਹੜੇ ਕਿ ਸਾਡੇ ਗੁਰਮਤ ਵਿਰੋਧੀ ਕਾਰਜਾਂ ਵਿੱਚ ਗਿਣੇ ਜਾਣ। ਉਹ ਅਸੀਂ ਖਾਸ ਖਿਆਲ ਰੱਖਣਾ ਹੈ। ਤੇ ਗੁਰਮਤ ਜਿਹੜੀ ਪ੍ਰਬੰਧਕ ਕਮੇਟੀ ਹੋਵੇ, ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਨਿਰੋਲ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਕਿਸੇ ਵੀ ਤਰੀਕੇ ਦਾ ਐਫੀਲੀਏਸ਼ਨ ਜਿਹੜਾ ਹੈ, ਐਸੋਸੀਏਸ਼ਨ ਜਿਹੜੀ ਹੈ, ਇਸ ਦੀ ਅਗਰ ਹੈ ਵੀ ਕਿਧਰੇ ਬਾਹਰ ਹੋਵੇ ਪਰ ਗੁਰਦੁਆਰੇ ਦੇ ਅੰਦਰ ਨਾ ਹੋਵੇ, ਕਿਉਂਕਿ ਤਾਂ ਹੀ ਅਸੀਂ ਇਸ ਗੁਰਦੁਆਰਾ ਸਿਸਟਮ ਨੂੰ ਸਟਰੀਮਲਾਈਨ ਕਰ ਸਕਦੇ ਹਾਂ। ਆਪ ਜੀ ਦੇਖ ਰਹੇ ਹੋ ਅੱਜ ਪੰਜਾਬ ਵਿੱਚ ਕ੍ਰਿਸਚੀਅਨਿਟੀ ਪਿੰਡਾਂ ਪਿੰਡਾਂ ਵਿੱਚ ਦੇਖੋ ਕਿਤਨਾ ਜ਼ੋਰ ਪੈ ਰਿਹਾ, ਕਿਉਂ ਪੈ ਰਿਹਾ ਹੈ? ਕਿਧਰੇ ਨਾ ਕਿਧਰੇ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸਿਸਟਮ ਹੈ ਇਸ ਵਿੱਚ ਵਿਗਾੜ ਆ ਚੁੱਕਿਆ ਹੈ, ਜਾਂ ਅਸੀਂ ਇਸ ਨੂੰ ਇਤਨਾ ਗੰਭੀਰਤਾ ਦੇ ਨਾਲ ਲੈ ਨਹੀਂ ਰਹੇ ਕਿ ਭਾਈ ਆਖਰ ਅਗਰ ਇਹ ਕਾਮਯਾਬ ਹੋ ਰਹੇ ਹਨ ਤੇ ਸਾਡੇ ਵਿੱਚ ਕਿੱਥੇ ਤਰੁੱਟੀਆਂ, ਅਸੀਂ ਉਹਨਾਂ ਤਰੁੱਟੀਆਂ ਨੂੰ ਦੂਰ ਕਿਸ ਤਰ੍ਹਾਂ ਕਰਾਂਗੇ। ਉਹ ਇਹ ਗੱਲ ਹੈ ਕਿ ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਗੁਰੂ ਗੋਬਿੰਦ ਸਿੰਘ ਜੀ ਨੇ ਸਾਫ਼ ਕਹਿ ਦਿੱਤਾ, ਜਦੋਂ ਅਸੀਂ ਪੰਥ ਵਿਰੋਧੀ, ਗੁਰਮਤ ਵਿਰੋਧੀ ਇਹ ਕਰਾਂਗੇ, ਕਾਰਜ ਕਰਾਂਗੇ, ਤੇ ਗੁਰੂ ਸਾਹਿਬ ਵੀ ਕਹਿੰਦੇ ਹਨ ਕਿ ਮੈਂ ਤੇਰੀ ਕੋਈ ਪੁੱਛ ਪ੍ਰਤੀਤ ਨਹੀਂ ਕਰਨੀ, ਤੇ ਜੇ ਤੂੰ ਗੁਰਮਤ ਦੇ ਦਾਇਰੇ ਵਿੱਚ ਰਹਿ ਕੇ ਚੱਲਣਾ ਹੈ, ਇਤਮਾਰਗ ਚਲੇ ਭਾਏੜੇ, ਗੁਰ ਕਹੇ ਸੁਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਪਾਓ ਜੀਓ। ਤੇ ਅਸੀਂ ਜੇ ਉਸ ਦਾਇਰੇ ਵਿੱਚ ਰਹਿ ਕੇ ਚੱਲਾਂਗੇ ਤੇ ਸਾਡੇ ਜਿਹੜੇ ਇਹ ਆਪਣਾ ਵਿਕਾਸ ਹੈ, ਬਹੁਪੱਖੀ ਵਿਕਾਸ ਸਾਡੇ ਜੀਵਨ ਦਾ, ਉਹ ਸੁਨਿਸ਼ਚਿਤ ਹੋ ਜਾਏਗਾ। ਇਹ ਦੂਸਰੀ ਗੱਲ ਹੈ। ਤੀਸਰੀ ਗੱਲ ਇਹ ਹੈ ਕਿ ਅਸੀਂ ਦੇਖੋ ਕਈ ਵਾਰੀ ਅਸੀਂ, ਮੈਂ ਆਮ ਦੇਖਿਆ ਹੈ ਗੁਰਦੁਆਰਾ ਸਿਸਟਮ ਵਿੱਚ, ਠੀਕ ਹੈ, ਸੰਗਤਾਂ ਬਹੁਤ ਦਸਵੰਧ ਦਿੰਦੀਆਂ ਹਨ, ਇਹ ਮੈਂ ਆਪਣੇ ਟੈਨਿਊਰ ਵਿੱਚ ਦੇਖਿਆ ਵੀ, ਤੇ ਹਰ ਜਗ੍ਹਾ ਦੇਖੇ ਜਿੱਥੇ ਵੀ ਸਿੱਖ ਕੰਮ ਸ਼ੁਰੂ ਕਰਦਾ ਹੈ ਕੋਈ ਤੋਟ ਨਹੀਂ ਆਉਂਦੀ ਗੁਰੂ ਦੇ ਦਸਵੰਧ ਵਿੱਚ। ਤੇ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ, ਜੋ ਤੇਰਾ ਘਾਲਿਆ ਸਭ ਥਾਂ ਪਾਏ। ਸਾਨੂੰ ਇਤਨਾ ਹੈ ਘਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ, ਬਹੁਤ ਹੀ ਸ਼ਰਧਾ ਹੈ ਸਾਡੀ ਸੰਗਤ। ਹੁਣ ਇੱਕ ਗੱਲ ਹੈ, ਸਾਡਾ ਜ਼ੋਰ ਜਿਹੜਾ ਫੋਕਸ ਹੈ ਉਹ ਹੈ ਕਮਰਸ਼ਲਾਈਜੇਸ਼ਨ ਆਫ ਗੁਰਦੁਆਰਾ, ਵਪਾਰੀਕਰਨ, ਉਹ ਨਹੀਂ। ਜੇ ਅਸੀਂ ਉਹ ਕਰਾਂਗੇ ਤੇ ਅਸੀਂ ਡੀਰੇਲ ਹੋ ਜਾਵਾਂਗੇ। ਦੂਸਰਾ, ਗੁਰਦੁਆਰੇ ਵਿੱਚ ਅਸੀਂ ਇਰਰਿਸਪੈਕਟਿਵ ਆਫ ਕਾਸਟ, ਕਲਰ, ਕਰੀਡ, ਹਰ ਕਿਸੇ ਨੂੰ ਆਦਰ ਦੇਣਾ ਹੈ। ਇਹ ਨਹੀਂ ਕਿ ਕੋਈ ਅਮੀਰ ਹੈ ਕੋਈ ਗਰੀਬ ਹੈ। ਉਹ ਸਿਧਾਂਤ ਜਦੋਂ ਅਸੀਂ ਵਪਾਰੀਕਰਨ ਕਰਦੇ ਹਾਂ ਤੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੂੰ ਠੇਸ ਪਹੁੰਚਦੀ ਹੈ। ਕਿਹੜੇ ਸਿਧਾਂਤ ਨੂੰ? ਜਦੋਂ ਅਹਿਮਦਾਬਾਦ ਵਿੱਚ ਗੁਰੂ ਨਾਨਕ ਦੇਵ ਜੀ ਗਏ ਸੀ ਤੇ ਉਹ ਮਲਕ ਭਾਗੋ ਦੇ ਘਰ ਨਹੀਂ ਠਹਿਰੇ ਸੀ, ਉਹ ਭਾਈ ਲਾਲੋ ਦੇ ਘਰ ਠਹਿਰੇ ਸੀ। ਪਰ ਅੱਜ ਮੈਨੂੰ ਐਸਾ ਲੱਗ ਰਿਹਾ ਕਿ ਸਾਡੀ ਜਿਹੜੀਆਂ ਬੜੀ ਬੜੀ ਵਿਅਕਤੀਆਂ ਹਨ ਧਾਰਮਿਕ, ਉਹ ਗਰੀਬ ਦੇ ਘਰ ਜਾਂ ਗੁਰਦੁਆਰੇ ਵੀ ਰਹਿਣਾ ਆਪਣੀ ਸ਼ਾਨ ਦੇ ਖਿਲਾਫ ਸਮਝਦੇ। ਉਹ ਕਿੱਥੇ ਰਹਿਣਗੇ? ਉਹ ਰਹਿਣਗੇ ਕਿਸੇ ਤਲਾੜ ਦੇ ਘਰ, ਤੇ ਫਿਰ ਉਸੇ ਗੁਣ ਗਾਣੇ ਲੱਗਣਗੇ। ਗੁਰੂ ਨਾਨਕ ਦੇਵ ਜੀ ਨੇ ਇਹ ਫਲਸਫਾ ਸਾਨੂੰ ਨਹੀਂ ਦਿੱਤਾ ਸੀ। ਉਸਨੇ ਕਿਹਾ ਸੀ ਨਹੀਂ, ਨੀਚਾ ਅੰਦਰ ਨੀਚ ਜਾਤ, ਨੀਚੀ ਹੋ ਅਤ ਨੀਚ, ਨਾਨਕ ਤਿਨਕੇ ਸੰਗ ਸਾਥ ਵਡਿਆਂ ਸਿਉ ਕੇ ਰੀਸ। ਉੱਥੋਂ ਸਾਡੀ ਤਰੁੱਟੀਆਂ ਜਿਹੜੀਆਂ ਹਨ ਉਹ ਸ਼ੁਰੂ ਹੋ ਜਾਂਦੀਆਂ। ਫਿਲਾਸਫੀ ਜਿਹੜੀ ਹੈ ਉਸਨੂੰ ਉੱਥੋਂ ਸੱਟ ਵੱਜਦੀ ਹੈ, ਸਿਧਾਂਤ ਉੱਥੇ ਮਾਰੇ ਜਾਂਦੇ। ਤੇ ਇਹ ਜਿਹੜੀ ਇਸ ਦਾ ਇੱਕ ਵਿਸ਼ੇਸ਼ ਧਿਆਨ ਰੱਖਣਾ ਹੈ ਤਾਂ ਜਾ ਕੇ ਅਸੀਂ ਗੁਰਦੁਆਰਾ ਪ੍ਰਬੰਧ ਵਿੱਚ ਸਫਲ ਹੋ ਸਕਾਂਗੇ। ਮੇਰੀ ਆਪਣੀ ਜਿਹੜੀ ਰਾਏ ਹੈ। ਤੇ ਦੂਸਰੀ ਗੱਲ ਇਹ ਹੈ, ਹੁਣ ਮੈਂ ਆਪ ਜੀ ਨੂੰ ਵਿਸ਼ੇਸ਼ ਇੱਕ ਇਤਿਹਾਸਕ ਤੱਥ ਨਾਲ ਜੋੜ ਰਿਹਾ ਹਾਂ। ਜਦੋਂ ਬਹੁਤ ਪਹਿਲੇ, ਮੇਰੇ ਖਿਆਲ ਵਿੱਚ 79 ਵਿੱਚ, ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ ਬਣੀਆਂ ਸਨ, ਚੋਣਾਂ ਹੋਈਆਂ ਸਨ, ਤੇ ਇੱਥੇ ਕਸ਼ਮੀਰ ਦਾ ਮੈਨੂੰ ਖਾਸ ਕਰਕੇ ਯਾਦ ਹੈ, ਜੰਮੂ ਦਾ ਮੈਨੂੰ ਚੇਤਾ ਨਹੀਂ। ਇੱਥੇ ਸਾਡੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਬੋਰਡ ਦੇ ਸਨ ਉਹ ਸਨ ਸਰਦਾਰ ਗੁਰਦਿਆਲ ਸਿੰਘ ਜੀ। ਤੇ ਗੁਰਦਿਆਲ ਸਿੰਘ ਜੀ ਬੜੇ ਗੁਰਸਿੱਖ ਸਨ, ਬੋਰਡ ਦੇ ਵਾਈਸ ਪ੍ਰੈਜ਼ੀਡੈਂਟ ਸਨ, ਕਿਉਂਕਿ ਪ੍ਰੈਜ਼ੀਡੈਂਟ ਜੰਮੂ ਦਾ ਹੁੰਦਾ ਸੀ। ਤੇ ਉਹਨਾਂ ਨੇ ਵਿਦਿਆਲੇ ਖੋਲੇ ਸੀ। ਦੇਖੋ ਗੁਰਦੁਆਰਾ ਪ੍ਰਬੰਧ ਵਿੱਚ ਇੱਕ ਬਹੁਤ ਹੀ ਵੱਡੀ ਇਹ ਉਪਲਬਧੀ ਹੈ, ਤੇ ਇਤਿਹਾਸ ਵਿੱਚ ਵੀ ਗੁਰਚਰਨ ਸਿੰਘ ਗੁਲਸ਼ਨ ਨੇ ਇਸ ਦਾ ਜ਼ਿਕਰ ਕੀਤਾ ਹੈ ਆਪਣੀ ਪੁਸਤਕ ਵਿੱਚ। ਗੁਰਚਰਨ ਗੁਲਸ਼ਨ ਜਿਹੜੇ ਹਨ ਬਹੁਤ ਹੀ ਇੱਕ ਵੱਡੇ ਇਤਿਹਾਸਕਾਰ ਹਨ ਕਸ਼ਮੀਰ ਘਾਟੀ ਦੇ, ਤੇ ਉਹਨਾਂ ਨੇ ਉਸ ਪੁਸਤਕ ਵਿੱਚ ਉਸ ਦਿਆਲ ਸਿੰਘ ਜੀ ਦਾ ਜ਼ਿਕਰ ਕੀਤਾ ਤੇ ਉਹਨਾਂ ਵਿਦਿਆਲਿਆਂ ਦਾ ਜ਼ਿਕਰ ਕੀਤਾ ਹੈ। ਤੇ ਉਹਨਾਂ ਵਿਦਿਆਲਿਆਂ ਵਿੱਚੋਂ ਬਹੁਤ ਹੀ ਅੱਛੇ ਪ੍ਰਚਾਰਕ ਪੈਦਾ ਹੋਏ ਸਨ। ਹੁਣ ਇਹ ਕੰਮ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਮਿਸ਼ਨਰੀ ਕਾਲਜ ਇਸ ਕੰਮ ਸੰਭਾਲ ਰਿਹਾ ਹੈ। ਸਾਡੇ 50 ਸਾਲ ਤੋਂ ਅੱਜ ਕਸ਼ਮੀਰ ਵਿੱਚ ਅਗਰ ਮਿਸ਼ਨਰੀ ਕਾਲਜ ਨਾ ਹੋਏ ਤਾਂ ਸਾਡੇ ਵਿਦਿਆਲੇ ਨਹੀਂ ਚੱਲਣਗੇ। ਪੰਜਾਬੀ ਦਾ ਅੱਖਰ ਗਿਆਨ ਕਿਸੇ ਨੂੰ ਪ੍ਰਾਪਤ ਨਹੀਂ ਹੋਏਗਾ, ਯਾਨੀ ਸਾਨੂੰ ਊੜਾ ਆਇਆ ਦੀ ਵੀ ਜਿਹੜੀ ਪਛਾਣ ਨਹੀਂ ਹੋਏਗੀ, ਕਿਉਂਕਿ ਅਸੀਂ ਘਰਾਂ ਵਿੱਚ, ਤੁਸੀਂ ਦੇਖੋ ਕੋਈ ਆਪਣੇ ਬੱਚੇ ਨਾਲ ਪੰਜਾਬੀ ਨਹੀਂ ਬੋਲ ਰਿਹਾ। ਮੈਂ ਉਸ ਗੱਲ ਤੇ ਵੀ ਆ ਰਿਹਾ, ਪ੍ਰਬੰਧਕ ਦਾ ਫਰਜ਼ ਕੀ ਹੈ। ਦੇਖੋ ਹੁਣ ਗੁਰੂ ਨਾਨਕ ਦੇਵ ਜੀ ਨੇ ਹੁਣ ਸਾਨੂੰ ਦੱਸਿਆ ਸੀ ਕਿ ਭਾਈ ਆਪਣੀ ਆਈਡੈਂਟਿਟੀ ਨੂੰ ਬਚਾਉਣਾ ਹੈ। ਹਰ ਕਿਸੇ ਨੂੰ ਕਿਹਾ ਉਸਨੇ ਇਹ ਨਹੀਂ ਕਿਹਾ ਕਿ ਅਸੀਂ ਬਚਾਉਣਾ ਹੈ, ਨਹੀਂ, ਹਰ ਕਿਸੇ ਨੇ ਬਚਾਉਣਾ ਹੈ। ਘਰ ਘਰ ਮੀਆਂ ਸਭਨਾ ਜੀਆਂ ਬੋਲੀ ਔਰ ਤੁਮਾਰੇ। ਫਿਰ ਆਸਾ ਦੀ ਵਾਰ ਵਿੱਚ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਉਭਾਰੀ ਨਹੀਂ ਸੀ, ਕਿਉਂਕਿ ਉਸ ਵਕਤ ਹਿੰਦੂ ਜਿਹੜਾ ਸੀ ਉਹ ਮੀਆਂ ਆਪਣੇ ਆਪ ਨੂੰ, ਕਿਉਂਕਿ ਮੁਸਲਮਾਨ ਮੀਆਂ ਕਹਿੰਦੇ ਸੀ, ਤੇ ਉਹ ਆਪਣੇ ਆਪ ਨੂੰ ਬੜਾ, ਕਿਉਂਕਿ ਉਸ ਵਿੱਚ ਛੋਟੇਪਨ ਦਾ ਅਹਿਸਾਸ ਹੋ ਗਿਆ ਸੀ।
ਕਿਉਂਕਿ ਗੁਲਾਮ ਸੀ ਤੇ ਉਹ ਆਪਣੇ ਆਪ ਨੂੰ ਮੀਆਂ ਕਹਿੰਦਾ ਸੀ। ਤੇ ਗੁਰੂ ਨਾਨਕ ਜੀ ਕਹੇ ਨਹੀਂ, ਕਰ ਕਰ ਮੀਆਂ ਸਭਨਾ ਜੀਆਂ ਬੋਲੀ ਔਰਤ तुम्हारी। ਇਹ ਤਨਜ਼ ਕੱਸਿਆ ਸੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਗੁਲਾਮ ਮਾਨਸਿਕਤਾ ਹੋ ਗਈ ਸੀ। ਤੇ ਅਸੀਂ ਹੁਣ ਜੇ ਪੰਜਾਬੀ ਆਪਣੀ ਨੂੰ ਛੋੜਦੇ ਹਾਂ, ਘਰਾਂ ਵਿੱਚ ਬੱਚਿਆਂ ਦੇ ਨਾਲ ਹਿੰਦੀ ਬੋਲਦੇ ਹਾਂ, ਉਰਦੂ ਬੋਲਦੇ ਹਾਂ, ਬੋਲੋ ਤੁਸੀਂ ਹਰ ਭਾਸ਼ਾ ਕਰੋ, ਹਰ ਭਾਸ਼ਾ ਬੋਲੋ, ਸਿੱਖੋ, ਫ੍ਰੈਂਚ ਸਿੱਖੋ, ਰਸ਼ੀਅਨ ਸਿੱਖੋ, ਪਰ ਆਪਣੀ ਪੰਜਾਬੀ ਦੇ ਨਾਲ ਪੂਰੀ ਐਸੋਸੀਏਸ਼ਨ ਰੱਖੋ। ਇਹ ਗੁਰਦੁਆਰੇ ਦੀ ਸਟੇਜ ਤੋਂ ਅਸੀਂ ਬਾਰ-ਬਾਰ ਪ੍ਰਚਾਰਿਆ ਤੇ ਮਗਰ ਮੈਂ ਦੇਖ ਰਿਹਾ ਹਾਂ ਕਿ ਅੱਜ 2% ਵੀ ਜਿਹੜਾ ਸਿੱਖ ਹੈ ਉਹ ਆਪਣੇ ਘਰਾਂ ਵਿੱਚ ਪੰਜਾਬੀ ਭਾਸ਼ਾ ਨਹੀਂ ਬੋਲ ਰਿਹਾ ਔਰ ਪੂਰੇ ਵਰਲਡ ਵਾਈਡ ਵਿੱਚ ਹੀ ਬੋਲ ਰਿਹਾ। ਤੇ ਜੇ ਅਸੀਂ ਇਸ ਤੇ ਚੱਲਾਂਗੇ ਤੇ ਮੇਰੇ ਖਿਆਲ ਵਿੱਚ ਫਿਰ ਸਾਡਾ ਪ੍ਰਬੰਧਕ ਢਾਂਚਾ ਜਿਹੜਾ ਉਹਦੇ ਲਈ ਬਹੁਤ ਜ਼ਿੰਮੇਵਾਰ ਹੋਏਗਾ ਜੇ ਉਹ ਇਹ ਗੱਲਾਂ ਦਾ ਆਪਣੀ ਸੰਗਤ ਵਿੱਚ ਪ੍ਰਚਾਰ ਤੇ ਪ੍ਰਸਾਰ ਨਹੀਂ ਕਰੇਗਾ। ਦੂਸਰਾ ਗੱਲ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਕਹੀ ਸੀ, ਅਫਾਕਿਆਂ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ। ਹੁਣ ਤੁਸੀਂ ਅਸੀਂ ਕਈ ਬਾਹਰੋਂ ਜਿੱਥੇ ਇੱਥੇ ਲੋਕ ਆਉਂਦੇ ਹਨ, ਮੈਂ ਦੇਖਿਆ ਸਾਡੀ ਕੌਮ ਦੇ ਲੋਕ ਆਉਂਦੇ ਹਨ, ਉਹਨਾਂ ਨੂੰ ਪਤਾ ਹੀ ਨਹੀਂ ਹੈ ਝਟਕਾ ਕੀ ਹੈ ਤੇ ਹਲਾਲ ਕੀ ਹੈ, ਕਿ ਕੋਈ ਕਨਸੈਪਟ ਹੀ ਨਹੀਂ ਹੈ ਪੰਜਾਬ ਜਾਂ ਬਾਹਰ ਨਹੀਂ। ਤੇ ਕਈ ਵਾਰ ਅਸੀਂ ਉਹਨਾਂ ਨੂੰ ਇਹ ਸਮਝਾਉਂਦੇ ਹਾਂ, ਗੁਰਦੁਆਰਾ ਸਟੇਜ ਤੋਂ ਇਹ ਗੱਲ ਦੱਸਣੀ ਹੈ ਕਿ ਕਿਉਂ ਜ਼ਰੂਰੀ ਹੈ। ਆਖਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਉਂ ਇੱਕ ਕੁਰੈਤ ਰੱਖਣੀ ਪਈ ਹੈ ਕਿ ਭਾਈ ਕੁੱਠਾ ਨਹੀਂ ਖਾਣਾ। ਇਹ ਇਸ ਕਰਕੇ ਰੱਖਣੀ ਪਈ ਕਿਉਂਕਿ ਆਪਣੀ ਯੂਨੀਕ ਆਈਡੈਂटिटी ਚਾਬੇ ਗਏ ਵਿਪਰਨ ਕੀ ਰੀਤ ਜਬ ਲਾ ਖਾਲਸਾ ਰਹੇ ਨਿਆਰਾ। ਦੇਖੋ ਹੁਣ ਖਾਲਸੇ ਨੇ ਨਿਆਰਾ ਰਹਿਣਾ ਹੈ। ਹੁਣ ਨਿਆਰਾ ਕਿਹੜੇ ਪੱਖੋਂ ਰਹਿਣਾ ਹੈ? ਦੋ ਪੱਖੋਂ, ਸਿਧਾਂਤਾਂ ਪੱਖੋਂ ਤੇ ਸਰੂਪ ਪੱਖੋਂ। ਵਿਸ਼ੇਸ਼ ਗੱਲਾਂ ਦੋ ਹਨ, ਸਿਧਾਂਤਾਂ ਪੱਖੋਂ ਤੇ ਸਰੂਪ ਪੱਖੋਂ। ਤੇ ਜੇ ਉਹ ਨਹੀਂ ਰਹਿ ਰਿਹਾ, ਨਿਆਰਾ ਨਹੀਂ ਚੱਲ ਰਿਹਾ ਗੁਰੂ ਉਪਦੇਸ਼ਾਂ ਤੇ ਗੁਰੂ ਦੀ ਸਟੇਜ ਤੋਂ ਇਹ ਪ੍ਰਚਾਰ ਨਹੀਂ ਹੋ ਰਿਹਾ ਤੇ ਸਾਡੀ ਯੂਨੀਕਨੈਸ ਜਿਹੜੀ ਹੈ ਜਬ ਲਾ ਖਾਲਸਾ ਰਹੇ ਨਿਆਰਾ, ਉਹ ਨਿਆਰਾਪਨ ਨਹੀਂ ਰਹਿ ਸਕਦਾ ਕਾਇਮ। ਅਸੀਂ ਉਸਨੂੰ ਸਦੀਵੀ ਕਾਇਮ ਰੱਖਣ ਦੇ ਲਈ ਗੁਰਦੁਆਰਾ ਪ੍ਰਬੰਧਕ ਐਸੇ ਚੁਣਨੇ ਹਨ ਜਿਹੜੇ ਕਿ ਇਹਨਾਂ ਚੀਜ਼ਾਂ ਦਾ ਪ੍ਰਚਾਰ ਤੇ ਪ੍ਰਸਾਰ ਕਰ ਸਕਣ। ਇਹ ਗੱਲਾਂ ਜਿਹੜੀਆਂ ਸਾਰੀਆਂ ਗੁਰਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਬਾਰ-ਬਾਰ ਇਹਨਾਂ ਦਾ ਜ਼ਿਕਰ ਕੀਤਾ ਹੈ, ਬਾਕੀ ਗੁਰੂ ਸਾਹਿਬਾਂ ਨੇ ਵੀ ਕੀਤਾ ਹੈ। ਤੇ ਇਹ ਚੀਜ਼ਾਂ ਜਿਹੜੀਆਂ ਹਨ ਸਾਡੀ ਇਸ ਵਿੱਚ ਹੋਣੀਆਂ ਚਾਹੀਦੀਆਂ, ਨੌਲੇਜ ਵਿੱਚ ਹੋਣੀਆਂ ਚਾਹੀਦੀਆਂ। ਦੂਸਰਾ, ਗੁਰਦੁਆਰਾ ਪ੍ਰਬੰਧ ਵਿੱਚ ਇੱਕ ਤਰੁਟੀ ਜਿਹੜੀ ਸਭ ਤੋਂ ਵੱਡੀ ਆ ਰਹੀ ਹੈ ਅੱਜ ਕੱਲ੍ਹ ਦੇ ਟਾਈਮ ਵਿੱਚ, 2015 ਤੋਂ ਕਿਸੇ ਵੀ ਸਾਡਾ ਬੋਰਡ ਹੀ ਨਹੀਂ ਬਣਿਆ, ਗੁਰਦੁਆਰਾ ਪ੍ਰਬੰਧਕ ਬੋਰਡ ਨਹੀਂ ਬਣਿਆ। ਹੁਣ ਮੈਂ ਆਪ ਜੀ ਦੇ ਨਾਲ ਦਿਆਲ ਸਿੰਘ ਦੀ ਗੱਲ ਸਾਂਝੀ ਕੀਤੀ ਸੀ ਕਿ ਦਿਆਲ ਸਿੰਘ ਜੀ ਇੱਕ ਐਸੇ ਵਾਈਸ ਪ੍ਰੈਜ਼ੀਡੈਂਟ ਰਹੇ ਹਨ ਜੰਮੂ ਕਸ਼ਮੀਰ ਪ੍ਰਬੰਧਕ ਬੋਰਡ ਦੇ ਜਿਨ੍ਹਾਂ ਨੇ ਵਿਦਿਆਲੇ ਖੋਲੇ ਸਨ ਔਰ ਆਪ ਵੀ ਬੜੀ ਮਹਾਰਤਾ ਰੱਖਦੇ ਸਨ ਗੁਰਬਾਣੀ ਦੇ ਵਿਆਕਰਣ ਵਿੱਚ। ਇਹ ਕਈ ਜਿਹੜੇ ਸਾਡੇ ਅੱਜ ਵੀ ਹਨ, ਜਿਸ ਤਰ੍ਹਾਂ ਪ੍ਰਿੰਸੀਪਲ ਨਿਰੰਜਨ ਸਿੰਘ ਹਨ, ਉਹਨਾਂ ਨੇ ਇਹ ਗੱਲ ਮੈਨੂੰ ਦੱਸੀ ਸੀ ਕਿ ਉਹ ਗੁਰਬਾਣੀ ਦਾ ਵਿਆਕਰਣ ਵੀ ਜਾਣਦੇ ਸੀ। ਦੇਖੋ ਕਿਤਨੀ ਨੌਲੇਜ ਸੀ, ਕੈਸੇ ਪ੍ਰਬੰਧਕ ਸੀ ਸਾਡੇ ਉਸ ਵਕਤ। ਤੇ ਉਹਨਾਂ ਨੇ ਪੂਰੀ, ਹੁਣ 2015 ਤੋਂ ਕੋਈ ਬੋਰਡ ਸਾਡਾ ਨਹੀਂ ਬਣਿਆ ਤੇ ਜੇ ਬੋਰਡ ਹੀ ਨਹੀਂ ਹੈ ਤੇ ਕਮੇਟੀਆਂ ਦੀ ਅਕਾਊਂਟੇਬਿਲਿਟੀ ਹੋ ਨਹੀਂ ਸਕਦੀ। ਤੇ ਜੇ ਬੋਰਡ ਸਟਰਾਂਗ ਹੋਵੇ ਸਾਡਾ, ਧਾਰਮਿਕ ਪੱਖੋਂ ਬੜਾ ਚੰਗਾ ਬੋਰਡ ਹੋਵੇ, ਸਮਾਜਿਕ ਪੱਖੋਂ ਵੀ ਜਾਣਕਾਰ ਹੋਣ, ਲਿਟਰੇਰੀ ਤੌਰ ਤੇ ਵੀ ਬੜੇ ਪੜ੍ਹੇ ਲਿਖੇ ਲੋਕ ਹੋਣ, ਤੇ ਉਹ ਹਰ ਕਮੇਟੀ ਦੇ ਉੱਪਰ ਇੱਕ ਉਹਨਾਂ ਕੋਲੋਂ ਅਕਾਊਂਟੇਬਿਲਿਟੀ ਲੈ ਸਕਦੇ ਹਨ। ਅਕਾਊਂਟੇਬਿਲਿਟੀ ਸਿਰਫ ਇਹ ਨਹੀਂ ਹੈ ਕਿ ਅਸੀਂ ਦਸਵੰਧ ਦੀ ਅਕਾਊਂਟੇਬਿਲਿਟੀ ਲੈਣੀ ਹੈ ਜਾਂ ਪੈਸੇ ਦਾ ਹੀ ਹਿਸਾਬ ਲੈਣਾ ਹੈ, ਨਹੀਂ। ਅਕਾਊਂਟੇਬਿਲਿਟੀ ਉਹਨਾਂ ਕੋਲੋਂ ਇਹ ਲੈਣੀ ਹੈ ਕਿ ਤੁਸੀਂ ਧਾਰਮਿਕ ਪ੍ਰਚਾਰ ਕਿਸ ਤਰ੍ਹਾਂ ਕਰ ਰਹੇ ਹੋ, ਤੁਸੀਂ ਸਮਾਜਿਕ ਲੀਆਂ ਤੇ ਕੀ ਕਰ ਰਹੇ ਹੋ, ਤੁਸੀਂ ਪੋਲੀਟੀਕਲ ਲੀਆਂ ਤੇ ਕੀ ਕਰ ਰਹੇ ਹੋ, ਤੁਸੀਂ ਕੀ ਦੇ ਰਹੇ ਹੋ ਕੌਮ ਨੂੰ। ਇਹ ਸਾਰੀ ਜਿਹੜੀ ਅਕਾਊਂਟੇਬਿਲਿਟੀ ਹੈ ਇੱਕ ਚੰਗਾ ਬੋਰਡ ਜਦੋਂ ਬਣੇਗਾ ਉਹ ਇਹ ਦੇ ਸਕਦਾ ਹੈ। ਪਰ ਹਾਲੇ ਵੀ ਮੈਂ ਦੇਖ ਰਿਹਾ ਹਾਂ ਕਿ 45 ਦਿਨਾਂ ਤੋਂ ਜ਼ਿਆਦਾ ਹੋ ਗਿਆ ਹੈ ਜਿਹੜਾ ਸਾਡੇ ਬੋਰਡ ਦੀ ਧਾਰਾ ਹੈ, ਉਸ ਵਿੱਚ ਇਹ ਹੈ ਕਿ 45 ਦਿਨਾਂ ਦੇ ਅੰਦਰ ਅੰਦਰ ਸਾਡਾ ਜਿਹੜਾ ਇਹ ਇਲੈਕਸ਼ਨਸ ਹਨ ਬੋਰਡ ਦੀਆਂ ਇਹ ਹੋਣੀਆਂ ਚਾਹੀਦੀਆਂ ਹਨ। ਜਦੋਂ ਕਮੇਟੀਆਂ ਬਣ ਜਾਣ ਡਿਸਟ੍ਰਿਕਟ ਕਮੇਟੀ ਤੇ ਇੱਕ ਬੋਰਡ ਜਿਹੜਾ ਹੈ ਉਹ ਉੱਪਰ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਜੰਮੂ ਵਿੱਚ ਪ੍ਰੈਜ਼ੀਡੈਂਟ ਹੁੰਦਾ ਹੈ, ਉੱਥੇ ਕੈਸ਼ੀਅਰ ਸੈਕਟਰੀ ਹੁੰਦਾ ਹੈ, ਇੱਥੇ ਵੀ ਵਾਈਸ ਪ੍ਰੈਜ਼ੀਡੈਂਟ ਕੈਸ਼ੀਅਰ ਸੈਕਟਰੀ ਹੁੰਦਾ ਹੈ। ਉਹ ਜਾ ਕੇ ਅੱਗੇ ਕਮੇਟੀਆਂ ਦੀ ਜਿਹੜੀ ਅਕਾਊਂਟੇਬਿਲਿਟੀ ਹੈ ਉਹਨਾਂ ਦੀ ਇੱਕ ਮਤਲਬ ਐਨਾਲਿਸਿਸ ਕਰਦੇ ਹਨ ਤੇ ਅਕੋਰਡਿੰਗਲੀ ਫਿਰ ਉਹ ਜਿਹੜਾ ਪ੍ਰਬੰਧ ਹੈ ਉਸ ਨੂੰ ਸਟ੍ਰੀਮਲਾਈਨ ਕਰਨ ਦੀ ਇੱਕ ਕੋਸ਼ਿਸ਼ ਕਰਦੇ ਹਨ। ਤੇ ਇਹ ਜਿਹੜੇ ਪੁਆਇੰਟਸ ਹਨ ਇਹਨਾਂ ਨੂੰ ਅਸੀਂ ਵਿਸ਼ੇਸ਼ ਤੌਰ ਤੇ ਧਿਆਨ ਵਿੱਚ ਰੱਖਣਾ ਹੈ। ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਅਖੀਰ ਵਾਲੀ ਗੱਲ ਕਹੀ ਹੈ ਕਿ ਹੁਣ ਤੱਕ ਜਿਹੜਾ ਕਮੇਟੀਆਂ ਦੀ ਸਲਾਹ ਦੇ ਨਾਲ ਜੋ ਵੀ ਹਨਾ ਅੱਗੇ ਦਾ ਹੋਣਾ ਸੀ ਹੋ ਜਾਣਾ ਚਾਹੀਦਾ ਸੀਗਾ, ਪਰ ਏਦਾਂ ਲੱਗ ਰਿਹਾ ਕਿ ਜਿਵੇਂ ਕਿਸੇ ਦੀ ਮੱਤ ਦੇ ਨਾਲ ਹੀ ਹਰ ਇੱਕ ਬੰਦਾ ਆਪਣਾ ਹੀ ਜਿਹੜਾ ਦੇਖਦਾ ਕਿ ਕਿਵੇਂ ਮੇਰਾ ਸਹੀ ਹੋਏਗਾ ਹਨਾ। ਪਰ ਇਸ ਦੇ ਨਾਲ ਜਿਹੜਾ ਸੰਗਤ ਨੂੰ ਠੇਸ ਪਹੁੰਚਦੀ, ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਕਿਤੇ ਨਾ ਕਿਤੇ। ਤੇ ਵੀਰ ਜੀ ਇੱਕ ਗੱਲ ਹੋਰ ਹੈ ਇੱਥੇ ਮੈਂ ਬੜੀ ਜ਼ਰੂਰੀ ਕਰਨਾ ਚਾਹੁੰਦੀ ਹਾਂ, ਸੰਗਤ ਨਾ ਹਮੇਸ਼ਾ ਸਾਡੇ ਜਿਹੜੇ ਗੁਰਪੁਰਬ, ਸ਼ਹੀਦੀ ਦਿਹਾੜੇ, ਜੋਤੀ ਜੋਤ ਦਿਵਸ, ਇਹਨਾਂ ਨੂੰ ਲੈ ਕੇ ਜੋ ਵੀ ਇਹ ਜਿਹੜੇ ਪੁਰਬ ਨੇ, ਦਿਹਾੜੇ ਨੇ ਮਨਾਏ ਜਾਂਦੇ ਨੇ, ਵੀਰ ਜੀ ਅੱਜ ਤੱਕ ਸੰਗਤ ਕਨਫਿਊਜ਼ ਹੀ ਰਹੀ ਹੈ।
ਵੀ ਜਿਵੇਂ ਹੁਣ ਜੇਕਰ ਜੰਮੂ ਦੇ ਵਿੱਚ ਵੇਖੀਏ ਤਾਂ ਹੁਣ ਜਿਹੜੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨਾਂ ਦੇ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਹੈ ਜਿਹੜਾ ਇਹ ਕੱਲ ਜਿਹੜਾ 1 ਤਰੀਕ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਕੁਝ ਥਾਵਾਂ ਦੇ ਉੱਤੇ ਵੀ ਏਦਾਂ ਹੁੰਦਾ ਹੈ ਕਿ ਉਹ ਆਪਣੀ ਮਰਜ਼ੀ ਦੇ ਨਾਲ ਹੀ ਕਈ ਥਾਵਾਂ ਦੇ ਉੱਪਰ ਅਲੱਗ-ਅਲੱਗ, ਇਹਦੇ ਨਾਲ ਕੀ ਹੁੰਦਾ, ਸੰਗਤ ਡਿਵਾਈਡ ਹੋ ਰਹੀ ਹੈ ਔਰ ਨਾਲੇ ਸੰਗਤ ਦੀ ਗੱਲ ਵੀ ਇੱਕ ਅਲੱਗ ਹੈ ਤੇ ਯੂਥ ਹੈ ਜਿਹੜਾ ਨੌਜਵਾਨ ਪੀੜ੍ਹੀ, ਤੁਹਾਨੂੰ ਪਤਾ ਇਸ ਸਮੇਂ ਉਹਨਾਂ ਨੂੰ ਗੁਰੂ ਘਰਾਂ ਦੇ ਨਾਲ ਜੋੜਨਾ ਕਿੰਨਾ ਔਖਾ ਹੋਇਆ ਪਿਆ ਕਿਉਂਕਿ ਮਾਹੌਲ ਹੀ ਕੁਛ ਐਸਾ ਚੱਲ ਰਿਹਾ ਤੇ ਉੱਪਰੋਂ ਇੱਕ ਐਸੀ ਕਨਫਿਊਜ਼ਨ ਜਿਹੜੀ ਕ੍ਰੀਏਟ ਹੋਈ ਪਈ ਹੈ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਵੈਸੇ ਹੈ ਇਹ ਗੱਲ ਜਿਹੜੀ ਬੜੀ ਚਿੰਤਾਜਨਕ ਹੈ ਤੇ ਕੌਮ ਦੇ ਲਈ ਹਾਨੀਕਾਰਕ ਵੀ ਹੈ, ਇਸ ਵਿੱਚ ਕੋਈ ਵੀ ਸ਼ੱਕ ਨਹੀਂ ਹੈ। ਉਹ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਓ ਲਾਈ। ਦੇਖੋ, ਜਿਹੜੀ ਵੀ ਕਨਫਿਊਜ਼ਨ, ਦੁਬਦਾ ਤੋਂ ਭਾਵ ਹੈ ਕਨਫਿਊਜ਼ਨ ਜਿਹੜੀਆਂ ਹਨ, ਕਨਫਲਿਕਟਸ ਜਿਹੜੇ ਹਨ, ਉਹ ਸਾਡੀ ਕੌਮ ਨੂੰ ਦੂਰ ਕਰਨੇ ਪੈਣਗੇ। ਪਰ ਬਦਕਿਸਮਤੀ ਸਾਡੀ ਇਹ ਹੈ ਕਿ ਇਹ ਕਨਫਲਿਕਟ ਦੂਰ ਕਰਨੇ ਕੋਈ ਔਖੀ ਗੱਲ ਨਹੀਂ ਸੀ। ਪਰ ਮੈਂ ਪਹਿਲੇ ਹੀ ਤੁਹਾਨੂੰ ਦੱਸਿਆ ਹੈ ਕਿ ਜਿਹੜਾ ਕਈ ਜਗ੍ਹਾ ਮਤਲਬ ਕਈ ਵਾਰ ਡਿਸਕਸ਼ਨਸ ਮੇਰੀਆਂ ਵੀ ਹੋਈਆਂ ਨੇ, ਇੱਥੇ ਦੇ ਬੁੱਧੀਜੀਵ ਹਨ, ਚੰਗੇ ਲੀਡਰਸ ਵੀ ਹਨ, ਤੇ ਕਈ ਕਹਿਣੇ ਨਹੀਂ ਜੀ ਮੀਰੀ ਪੀਰੀ ਦਾ ਸਿਧਾਂਤ ਹੈ ਤੇ ਸਿਆਸਤ ਕਿਉਂ ਨਹੀਂ ਹੋਏਗੀ। ਪਰ ਮੈਂ ਉਹਨਾਂ ਵੀਰਾਂ ਨੂੰ ਆਪਣੇ ਸਮੇਤ ਇਹ ਗੱਲ ਪੁੱਛਣਾ ਚਾਹੁੰਦਾ ਕਿ ਜਿਹੜਾ ਸਿਧਾਂਤ ਮੀਰੀ ਤੇ ਪੀਰੀ ਦਾ ਹੈ, ਕਿ ਉਸ ਪੱਧਰ ਤੇ ਅਸੀਂ ਪਹੁੰਚੇ ਹਾਂ? ਪਹੁੰਚੇ, ਇਹ ਦੇਖਣਾ ਹੈ ਕਿ ਸਾਡਾ ਇੱਕ ਕੋਈ ਹਾਈ ਅਫੀਸ਼ਲ ਸਾਨੂੰ ਆ ਕੇ ਮੀਰੀ ਦਾ ਸਿਧਾਂਤ ਦੱਸੇਗਾ ਗੁਰਦੁਆਰੇ ਵਿੱਚ, ਜਾਂ ਪੀਰੀ ਦਾ ਸਿਧਾਂਤ ਦੱਸੇਗਾ ਗੁਰਦੁਆਰੇ ਵਿੱਚ? ਨਹੀਂ ਦੱਸ ਸਕਦਾ। ਗੁਰੂ ਹਰਗੋਬਿੰਦ ਸਾਹਿਬ ਨੇ ਉਹ ਪੱਧਰ ਨਿਸ਼ਚਿਤ ਕੀਤੀ ਹੈ, ਸੁਨਿਸ਼ਚਿਤ ਕੀਤੀ ਹੈ, ਜਿੱਥੇ ਅਸੀਂ ਮੀਰੀ ਤੇ ਪੀਰੀ ਨੂੰ ਇੱਕ ਇਕਾਈ ਬਣਾਉਣਾ ਹੈ, ਇੱਕ ਯੂਨਿਟ ਬਣਾਉਣਾ ਹੈ। ਕਈ ਵਾਰ ਕਹਿੰਦੇ ਅਸੀਂ ਜੀ ਸਿਆਸਤ ਇਸ ਤੋਂ ਅਲੱਗ ਨਹੀਂ ਹੋ ਸਕਦੀ, ਇਹ ਗੁਰਦੁਆਰੇ ਤੋਂ ਅਲੱਗ ਨਹੀਂ ਹੋ ਸਕਦੀ ਕਿਉਂਕਿ ਸਾਡਾ ਮੀਰੀ ਪੀਰੀ ਦਾ ਸਿਧਾਂਤ, ਮੰਨਦੇ ਹਾਂ। ਪਰ ਜਿਹੜਾ ਸਿਆਸਤ ਮੀਰੀ ਨੂੰ ਪੀਰੀ ਦੇ ਨਾਲ ਜੋੜੇਗਾ, ਪਹਿਲੇ ਉਹ ਧਾਰਮਿਕ ਪੱਖੋਂ ਪੂਰਾ ਪਰਪੱਕ ਹੋਵੇਗਾ। ਉਸ ਵਿੱਚ ਧਾਰਮਿਕ ਸਿਧਾਂਤਕ ਪੱਖੋਂ ਵੀ ਤੇ ਸਰੂਪ ਪੱਖੋਂ ਵੀ। ਤੇ ਕਈ ਵਾਰ ਅਸੀਂ ਸਰੂਪ ਪੱਖੋਂ ਵੀ ਦੇਖਦੇ ਹਾਂ ਸਾਡੇ ਵਿੱਚ ਕਿਤਨਾ ਢਿੱਲੜ ਪਾਉਣਾ ਆ ਚੁੱਕਿਆ ਹੈ। ਆਪ ਜੀ ਦੇਖਦੇ ਹੋ, ਜਦੋਂ ਸਾਡੇ ਵਿੱਚ ਉਹ ਗੱਲਾਂ ਹੀ ਨਹੀਂ ਪੂਰੀਆਂ ਹੋ ਰਹੀਆਂ ਤੇ ਫਿਰ ਅਸੀਂ ਉਸ ਨੂੰ ਇਕਾਈ ਕਿਸ ਤਰ੍ਹਾਂ ਬਣਾਵਾਂਗੇ? ਉਹ ਬੜੀ ਉੱਚੀ ਪੱਧਰ ਦੀ ਗੱਲ ਨੂੰ ਤੁਸੀਂ ਨਾ ਜੋੜੋ, ਕਿਉਂਕਿ ਜਿਹੜਾ ਕ੍ਰਿਮੀਨਲਾਈਜੇਸ਼ਨ ਆਫ ਪੋਲਿਟਿਕਸ ਹੋ ਗਿਆ ਹੈ, ਆਪ ਜੀ ਦੇਖਦੇ ਹੋ ਕਿਤਨਾ ਕ੍ਰਿਮੀਨਲਾਈਜੇਸ਼ਨ ਆਫ ਪੋਲਿਟਿਕਸ ਹੋ ਗਿਆ ਹੈ। ਇਹ ਛੁਪੀ ਲੁਕੀ ਗੱਲ ਨਹੀਂ ਹੈ, ਇਹ ਹਰ ਜਗ੍ਹਾ ਹੋ ਰਿਹਾ। ਦਿੱਲੀ ਦੀ ਇਲੈਕਸ਼ਨ ਹੋਈ, ਸ਼ਰਾਬ ਵੰਡੀ ਗਈ ਹੈ, ਉਹ ਮੀਰੀ ਪੀਰੇ ਦੇ ਸਿਧਾਂਤ ਤੋੜਨਗੇ? ਮੈਂ ਛੋਟਾ ਆਪ ਜੀ ਨੂੰ ਕੁਐਸਚਨ ਪੁੱਛਦਾ, ਪੈਸੇ ਦੀ ਵਰਤੋਂ ਹੋ ਰਹੀ ਹੈ, ਮਸਲ ਪਾਵਰ ਦੀ ਵਰਤੋਂ ਹੋ ਰਹੀ ਹੈ, ਉੱਥੇ ਕਿਤੇ ਮੀਰੀ ਪੀਰੀ ਦਾ ਸਿਧਾਂਤ ਚੱਲੇਗਾ? ਜਦੋਂ ਅਸੀਂ ਧਾਰਮਿਕ ਪੱਖੋਂ ਹੀ ਪਰ ਪੂਰੇ ਸੰਪੂਰਨ ਨਹੀਂ ਹਾਂ ਤੇ ਗੁਰਦੁਆਰੇ ਵਿੱਚ ਕਿੱਥੇ ਇੰਪਲੀਮੈਂਟ ਕਰਾਂਗੇ ਅਸੀਂ ਆ ਕੇ ਮੀਰੀ ਪੀਰੀ ਦਾ ਸਿਧਾਂਤ? ਹਾਂ, ਬਾਕੀ ਉਪਲਬਧੀ ਜਿਹੜੀ ਆ, ਅਸੀਂ ਕਈ ਵਾਰੀ ਕਹਿੰਦੇ ਨਹੀਂ ਜੀ ਸਾਨੂੰ ਕੁਛ ਨਾ ਕੁਛ ਲੈਣਾ ਹੈ, ਪਰ 70 ਸਾਲ ਵਿੱਚ ਅਸੀਂ ਦੇਖ ਰਹੇ ਹਾਂ ਵੀਰ ਬਲਵਿੰਦਰ ਸਿੰਘ ਜੀ RTI ਪਾ ਰਹੇ ਹਨ ਬੜੀ ਦੇਰ ਤੋਂ, ਬੜੀ ਸ਼ਲਾਘਾਯੋਗ ਕੰਮ ਹੈ। ਮੈਂ ਉਹਨਾਂ ਦੇ ਇਸ ਵਿੱਚ ਵੀ ਲੈਕਚਰ ਕਰਕੇ ਆਇਆ ਹਾਂ, ਬੋਲ ਕੇ ਆਇਆ ਹਾਂ। ਉਹਨਾਂ ਨੇ ਕਿਹਾ ਅਸੀਂ ਕਿਤਨੇ ਮੈਮੋਰੈਂਡਮ ਦੇ ਛੱਡੇ ਹਨ ਅੱਜ ਤੱਕ ਗਵਰਨਮੈਂਟਸ, ਪਰ ਸਾਡਾ ਰਿਕਾਰਡ ਹੈ ਅਸੀਂ ਗੁਰਦੁਆਰੇ ਦੇ ਅੰਦਰ ਕਦੀ ਗਵਰਨਮੈਂਟ ਨੂੰ ਮੈਮੋਰੈਂਡਮ ਨਹੀਂ ਦਿੱਤਾ। ਅਸੀਂ ਉਸ ਟ੍ਰੈਡੀਸ਼ਨ ਨੂੰ ਖਤਮ ਕੀਤਾ ਸੀ ਪਿਛਲੀ ਕਮੇਟੀ ਵਿੱਚ, ਕਿਉਂਕਿ ਉਹ ਫਾਰਮੈਲਿਟੀ ਹੈ, ਟ੍ਰੈਡੀਸ਼ਨ ਹੈ। ਫਿਰ ਅਸੀਂ ਉੱਥੇ ਵੱਡੇ ਵੱਡੇ ਲੈਕਚਰ ਦਿੰਦੇ ਹਾਂ, ਆਪਣਾ ਵੀ ਇੱਕ ਛੋਟੇਪਨ ਦਾ ਅਹਿਸਾਸ ਕਰਵਾਉਂਦੇ ਹਾਂ ਗੌਰਮੈਂਟ ਨੂੰ, ਇਨਫੀਰੀਅਰਿਟੀ ਕੰਪਲੈਕਸ, ਕਿਉਂਕਿ ਉਹ ਲੈਵਲ ਹੀ ਸਾਨੂੰ ਪਤਾ ਨਹੀਂ ਚੱਲਦੀ, ਕਿਉਂਕਿ ਉਹ ਨੇਤੇ ਬੜੇ ਨੇਤੇ ਹਨ, ਉਹ ਹਜ਼ਾਰਾਂ ਦੇ ਇਕੱਠ ਵਿੱਚ ਉਹ ਜਿਹੜੀ ਸੰਗਤ ਦਾ ਇੱਕ ਫੀਲਰ ਹੈ ਉਸ ਨੂੰ ਸਮਝ ਆਉਂਦੇ ਹਨ, ਤੇ ਅਸੀਂ ਆਪਣੇ ਛੋਟੇਪਨ ਦਾ ਪ੍ਰਗਟਾਵਾ ਉਹਨਾਂ ਸਾਹਮਣੇ ਕਰ ਦਿੰਦੇ। ਫਿਰ ਉਹ ਜਾ ਕੇ ਡਸਟਬਿਨਾਂ ਵਿੱਚ ਸਾਡੇ ਇਹ ਸੁੱਟ ਦਿੰਦੇ ਹਨ ਆਪਣੇ ਜਿਹੜੇ ਅਸੀਂ ਮੈਮੋਰੈਂਡਮ ਬਣਾਉਂਦੇ ਹਾਂ। ਤੇ ਬਲਵਿੰਦਰ ਸਿੰਘ ਜੀ RTI ਨੇ ਬੜੀ ਸੋਹਣੀ ਇਹ ਗੱਲ ਕੀਤੀ ਸੀ, ਉਹਨੇ RTI ਪਾਇਆ ਕਿ ਅਸੀਂ ਗਵਰਨਰ ਨੂੰ ਮਿਲੇ ਹਾਂ, ਇਤਨੇ ਅਸੀਂ ਉਹਨਾਂ ਦੇ ਕੋਲ ਮੈਮੋਰੈਂਡਮ ਦਿੱਤੇ ਹਨ, ਉਹਨਾਂ ਨੇ ਸਾਨੂੰ ਸੁਨਿਸ਼ਚਿਤ ਕੀਤਾ ਸੀ ਕਿ ਅਸੀਂ ਤੁਹਾਡੀ ਡਿਮਾਂਡਾਂ ਮੰਨਾਂਗੇ, ਪਰ ਕਿਹੜੀ ਡਿਮਾਂਡ ਸਾਡੀ ਪੂਰੀ ਹੋਈ ਦੱਸੋ ਤੁਸੀਂ ਮੈਨੂੰ? ਇੱਕ ਛੋਟੀ ਜੀ ਗੱਲ ਹੈ, ਬੰਦਾ ਸਿੰਘ ਬਹਾਦਰ ਦਾ ਸਟੈਚੂ ਲਵਾਉਣਾ ਸੀ ਕੁੰਜਵਨੀ ਚੌਕ ਵਿੱਚ, ਜੰਮੂ ਬਣਿਆ ਹੋਇਆ ਸਟੈਚੂ ਨਹੀਂ ਲੱਗ ਰਿਹਾ ਅੱਜ ਤੱਕ। ਹਾਲੀ ਬੜੀ ਛੋਟੀ, ਇਹ ਕੋਈ ਵੱਡੀ ਡਿਮਾਂਡ ਨਹੀਂ ਹੈ, ਇਸ ਨੂੰ ਕਿਸੇ ਨਾਲ ਖਤਰਾ ਨਹੀਂ ਹੈ। ਹਾਲੀ ਕਿ ਬੰਦਾ ਸਿੰਘ ਬਹਾਦਰ ਇੱਕ ਐਸਾ ਸ਼ਾਸਕ ਹੋਇਆ ਹੈ ਜਿਸ ਨੇ ਹਿੰਦੁਸਤਾਨ ਦੀ ਆਈਡੈਂਟਿਟੀ ਨੂੰ, ਹਿੰਦੁਸਤਾਨ ਦੀ ਗੁਲਾਮੀ ਦੀ ਜ਼ੰਜੀਰਾਂ ਨੂੰ ਕੱਟਣ ਦੇ ਲਈ ਸਭ ਤੋਂ ਪਹਿਲਾ ਉਦਮ ਜਿਹੜਾ ਕੀਤਾ ਸੀ, ਇੱਕ ਰਾਜ ਕਾਇਮ ਕੀਤਾ ਸੀ ਇੰਡੀਪੈਂਡੈਂਟ। ਹੁਣ ਦੇਖੋ ਕਿਤਨਾ ਹੋਰ ਹੈ ਵੀ ਰਜੌਰੀ ਦਾ, ਪਿਛੋਕੜ ਜਿਹੜਾ ਰਜੌਰੀ ਦਾ, ਅੱਗੇ ਫਿਰ ਗੁਰੂ ਗੋਬਿੰਦ ਸਿੰਘ ਜੀ ਨਾਲ ਕਿਸ ਤਰ੍ਹਾਂ ਮੇਲ ਹੋਇਆ, ਕਿਸ ਤਰ੍ਹਾਂ ਸਿੰਘ ਸਜੇ, ਪਰ ਉਹ ਸਟੈਚੂ ਦਾ ਕੰਮ ਨਹੀਂ ਹੋ ਰਿਹਾ। ਕਿੰਨੇ ਸਾਲ ਹੋ ਗਏ, ਕਿਤਨੇ ਪ੍ਰੋਟੈਸਟ ਹੋਏ, ਕਿਤਨੀ ਵਾਰ ਜੰਮੂ ਵਿੱਚ ਹੋਏ, ਹਰ ਜਗ੍ਹਾ ਹੋਏ, ਨਹੀਂ ਹੋ ਰਿਹਾ। ਕਿਹੜੀ ਪੋਲੀਟੀਕਲ ਪ੍ਰਾਪਤੀ ਸਾਡੀ ਹੋ ਰਹੀ ਹੈ ਜੀ ਅਸੀਂ ਆਪਣੇ ਛੋਟੇਪਨ ਦਾ ਅਹਿਸਾਸ ਇਹਨਾਂ ਲੋਕਾਂ ਕੋਲ ਕਰਵਾਈਏ?
मेरे ख्याल में कोई फायदा नहीं है। ਤੇ ਦੂਸਰੀ ਗੱਲ ਜਿਹੜੀ ਆਪ ਜੀ ਨੇ ਕਹੀ ਦੁਬਦਾ, ਦੇਖੋ ਜੀ ਸਭ ਤੋਂ ਇਹ ਜਿਹੜੇ ਇਸ਼ੂਜ਼ ਹਨ ਇਹ ਅਕਾਲ ਤਖਤ ਸਾਹਿਬ ਹੱਲ ਕਰ ਸਕਦਾ ਹੈ, ਅਕਾਲ ਤਖਤ ਸਾਹਿਬ ਹੱਲ ਕਰ ਸਕਦਾ ਹੈ। ਦੁਬਦਾ ਪਈ ਹੈ 2003 ਤੋਂ ਬਾਅਦ, 2003 ਤੋਂ ਲੈ ਕੇ 7 ਸਾਲ ਮੂਲ ਨਾਨਕਸ਼ਾਹੀ ਕੈਲੰਡਰ ਚੱਲਦਾ ਰਿਹਾ, ਪਰ ਵੋਟ ਬੈਂਕ ਪੋਲਿਟਿਕਸ ਦੇ ਕਾਰਨ ਮੈਂ ਖੁੱਲੇ ਤੌਰ ਤੇ ਆਪ ਜੀ ਨੂੰ ਕਹਾਂਗਾ, ਕਿਉਂਕਿ ਡੇਰਿਆਂ ਦੇ ਨਾਲ ਪੰਜਾਬ ਵਿੱਚ 12,000 ਡੇਰਾ ਹੈ ਤੇ ਉਹ ਮੰਨਦੇ ਹੀ ਨਹੀਂ ਸੀ ਇਸ ਕੈਲੰਡਰ ਨੂੰ, ਤੇ ਜਿਹੜੀ ਰੂਲਿੰਗ ਪਾਰਟੀ ਸੀ ਉਹਨਾਂ ਦੇ ਨਾਲ ਉਹਨਾਂ ਨੇ ਕਿਹਾ ਨਹੀਂ, ਅਗਰ ਤੁਸੀਂ ਇਹ ਨਹੀਂ ਕਰੋਗੇ ਤੇ ਇਹ ਕੈਲੰਡਰ ਤੁਹਾਨੂੰ ਚੇਂਜ ਕਰੋਗੇ। ਕੈਲੰਡਰ ਚੇਂਜ ਹੋ ਗਿਆ। ਜੰਮੂ ਦੇ ਲੋਕਾਂ ਨੇ 2 ਗੁਰਪੁਰਬ ਜਿਹੜੇ ਸਨ ਉਹ ਮਨਾਉਂਦੇ ਸਨ, ਗੁਰੂ ਗੋਬਿੰਦ ਸਿੰਘ ਜੀ ਦਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਕੂਲ। ਉਹ ਦੇਖ ਕੇ ਜਦੋਂ ਸਾਡੀ ਕਮੇਟੀ ਸੀ श्रीनगर ਵਿੱਚ, ਅਸੀਂ ਉਪਰਾਲਾ ਕੀਤਾ, ਅਸੀਂ ਵੀ ਮਨਾਇਆ। ਪਰ ਫਿਰ ਦੁਬਾਰਾ ਵਿੱਚੋਂ ਅਸੀਂ ਦੇਖਿਆ ਕਿ 2 ਜਿਹੜੇ ਗੁਰਪੁਰਬ ਸਨ, ਕਿਉਂਕਿ ਜਦੋਂ ਸਟੇਟ ਲੈਵਲ ਤੇ ਗੱਲ ਆ ਜਾਂਦੀ ਹੈ ਕਿ 2 ਜਗ੍ਹਾ ਹੋ ਰਿਹਾ, ਵੈਸੇ ਹੁੰਦੀ ਹੈ ਹਿਊਮਿਲੇਸ਼ਨ, ਬੜੀ ਹਿਊਮਿਲੇਸ਼ਨ ਹੁੰਦੀ ਸੀ, ਕਿਉਂਕਿ ਕਦੇ ਜੰਮੂ ਵਿੱਚ ਛੁੱਟੀ ਹੋ ਜਾਂਦੀ ਸੀ ਤੇ ਕਦੀ ਕਸ਼ਮੀਰ ਵਿੱਚ ਛੁੱਟੀ ਹੋ ਜਾਂਦੀ ਸੀ। ਇਹ ਗੁਰਪੁਰਬ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਸੀਂ ਪਹਿਲਾਂ ਮਨਾਇਆ ਸੀ 5 ਜੁਲਾਈ ਨੂੰ, ਅਸੀਂ ਛੁੱਟੀ ਕਰਵਾ ਦਿੱਤੀ ਸੀ, ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਕੂਲ ਮਨਾਇਆ ਸੀ ਅਸੀਂ, ਤੇ ਜੰਮੂ ਵਿੱਚ ਛੁੱਟੀ ਨਹੀਂ ਹੋਈ ਸੀ, ਤੇ ਉਸ ਤੇ ਵੀ ਬੜਾ ਵਿਤਕਰਾ ਪੈ ਗਿਆ ਕਿ ਨਹੀਂ ਜੀ ਛੁੱਟੀ ਕਿਉਂ ਨਹੀਂ ਹੋਈ। ਹੁਣ ਸਟੇਟ ਲੈਵਲ ਤੇ ਇੱਕ ਐਸੀ ਬੋਡੀ ਦਾ ਗਠਨ ਕਰਨਾ ਚਾਹੀਦਾ ਹੈ, ਜੇ ਤੇ ਮਨਾਉਣਾ ਹੈ ਮੂਲ ਨਾਨਕਸ਼ਾਹੀ ਕੈਲੰਡਰ ਤੇ ਫਿਰ ਸਾਰੀ ਸਟੇਟ ਵਿੱਚ ਉਸੇ ਦੇ ਅਨੁਕੂਲ ਇਹ ਚੀਜ਼ ਜਿਹੜੀ ਹੈ ਹੋਣੀ ਚਾਹੀਦੀ ਹੈ, ਕਿਉਂਕਿ ਉਸ ਵਿੱਚ ਇਹ ਗੱਲ ਹੈ ਕਿ ਇੱਕ ਜਿਹੜਾ ਫੀਲਰ ਦੂਸਰੀ ਕਮਿਊਨਿਟੀਜ਼ ਨੂੰ ਜਾਂਦਾ ਹੈ, ਡਿਵੀਜ਼ਨ ਦਾ ਸਾਡੇ ਅੰਦਰ ਇੰਟਰਨਲ ਡਿਵੀਜ਼ਨ ਜਿਹੜਾ ਸਾਡੇ ਪੰਥ ਵਿੱਚ ਉਹ ਜਾਂਦਾ ਹੈ, ਉਹ ਡਿਵੀਜ਼ਨ ਜਿਹੜਾ ਹੈ ਉਹ ਨਹੀਂ ਜਾਏਗਾ। ਕਿਉਂਕਿ ਹੁਣ ਤੁਸੀਂ ਉੱਥੇ ਜੰਮੂ ਵੀ ਮਨਾਓਗੇ ਮੂਲ ਨਾਨਕਸ਼ਾਹੀ ਕੈਲੰਡਰ ਤੇ ਅਸੀਂ ਨਹੀਂ ਮਨਾਵਾਂਗੇ, ਤੇ ਇੱਕ ਫੀਲਰ ਜਿਹੜਾ ਦੂਸਰੀ ਕਮਿਊਨਿਟੀਜ਼ ਵਿੱਚ ਹੈ, ਕਿਉਂਕਿ ਉਹਨਾਂ ਨੂੰ ਤੇ ਇਹ ਗੱਲ ਸਮਝ ਨਹੀਂ ਆਉਣੀ ਮੂਲ ਨਾਨਕਸ਼ਾਹੀ ਕੈਲੰਡਰ ਕੀ ਹੈ ਤੇ ਦੂਸਰਾ ਕੈਲੰਡਰ ਕੀ ਹੈ। ਇਹ ਗੱਲ ਸਾਡੇ ਬੁੱਧੀ ਜੀਵਾਂ ਨੂੰ ਸਮਝ ਆ ਰਹੀ ਹੈ ਤੇ ਆਮ ਸੰਗਤ ਨੂੰ ਇਹ ਵੀ ਨਹੀਂ ਸਮਝ ਆ ਰਹੀ ਕਿ ਇਹ ਹੈ ਕੀ। ਤੇ ਮੇਰੇ ਖਿਆਲ ਵਿੱਚ ਇਸ ਦੁਬਿਧਾ ਨੂੰ ਜਿੰਨੀ ਜਲਦੀ ਦੂਰ ਕੀਤਾ ਜਾ ਸਕੇ ਉਤਨਾ ਹੀ ਸਾਡੇ ਲਈ ਲਾਭਦਾਇਕ ਹੋਏਗਾ ਤੇ ਕੌਮ ਦੇ ਲਈ ਵੀ ਫਾਇਦੇਮੰਦ ਹੋਵੇਗਾ। ਤੇ ਇਸ ਦੇ ਨਾਲ ਅਗਰ ਸਾਡੀ ਕਮੇਟੀਆਂ ਜਿਹੜੀਆਂ ਹਨ ਜਥੇਦਾਰ ਸਾਹਿਬ ਜੀ ਦੇ ਨਾਲ ਗੱਲ ਕਰਨ, ਮਾਨਯੋਗ ਜਥੇਦਾਰ ਸਾਹਿਬ ਨਾਲ, ਤੇ ਉਹਨਾਂ ਨੂੰ ਕਹਿਣ ਕਿ ਇਸ ਦੁਬਿਧਾ ਵਿੱਚੋਂ ਪੰਥ ਨੂੰ ਕੱਢੋ, ਕਿਉਂਕਿ ਇਹ ਫੈਸਲਾ ਅਕਾਲ ਤਖਤ ਦੇ ਜਥੇਦਾਰ ਹੀ ਲੈ ਸਕਦੇ। ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਵੀ ਚਿੰਤਾ ਪ੍ਰਗਟ ਕੀਤੀ ਹੈ ਔਰ ਇਹ ਹੋ ਵੀ ਰਿਹਾ ਹੈ ਕਿ ਮਤਲਬ ਅਸੀਂ ਆਪਣੀ ਜਿਹੜੀ ਸਾਡੀ ਛੋਟੀ ਹੋਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਦੱਸ ਹੀ ਨਹੀਂ ਪਾ ਰਹੇ ਹੈਗੇ, ਕਿਉਂਕਿ ਅਸੀਂ ਆਪ ਕਨਫਿਊਜ਼ ਆ ਇਸ ਚੀਜ਼ ਦੇ ਵਿੱਚ। ਤੇ ਬੜੇ ਵਧੀਆ ਤੁਸੀਂ ਵਿਚਾਰ ਸਾਂਝੇ ਕੀਤੇ ਨੇ। ਔਰ ਇੱਕ ਅਖੀਰਲਾ ਮੇਰਾ ਸਵਾਲ ਇਹੀ ਰਹੇਗਾ ਕਿ ਹੁਣ ਜੀਪੀਸੀ श्रीनगर ਹੈ ਜਿਹੜੀ ਨਵੀਂ ਕਮੇਟੀ ਬਣ ਚੁੱਕੀ ਹੈ ਹਨਾ, ਉਹਦੇ ਵਿੱਚ 6-5 ਵਾਲਾ ਜਿਹੜਾ ਚਾਰੇ ਪਾਸੇ ਹੀ ਹੋਇਆ, ਜੰਮੂ ਵਿੱਚ ਵੀ 6-5 ਵਾਲਾ ਤੇ ਇੱਥੇ ਕਸ਼ਮੀਰ ਦੇ ਵਿੱਚ ਵੀ 6-5 ਵਾਲਾ ਜਿਹੜਾ ਹੋਇਆ ਕਿ ਹਨਾ 6 ਮੈਂਬਰੀ ਕਮੇਟੀ। ਤੇ ਵੀਰ ਜੀ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਮੈਂਬਰਸ ਨੇ ਜਿਹੜੇ ਜਿਹੜੇ ਦੂਸਰੀ ਕਮੇਟੀ ਦੇ ਵਿੱਚ ਮੈਂਬਰ ਹੁੰਦੇ ਨੇ 5 ਨੇ, ਜਾਂ ਜੇਕਰ ਤੁਸੀਂ ਸਾਰੇ ਹੀ ਇਕੱਠੇ ਹੋ ਕੇ ਇੱਕ ਦੂਜੇ ਦੀ ਸਲਾਹ ਦੇ ਨਾਲ ਚੱਲਣ ਹਨਾ, ਤੁਹਾਡਾ ਜੇਕਰ ਸਾਥ ਮੰਗਿਆ ਜਾਵੇ, ਤੁਸੀਂ ਕਿਵੇਂ ਦੇਖਦੇ ਹੋ ਕਿ ਸੇਵਾ ਦੇ ਲਈ? ਦੇਖੋ ਜੀ, ਜੇ ਅਸੀਂ ਦੇਖੀਏ ਤਾਂ ਐਕਚੁਅਲੀ 6-5 ਦਾ ਜਿਹੜਾ ਰੈਸ਼ੋ ਹੋ ਜਾਂਦਾ ਹੈ, ਇਸ ਵਿੱਚ ਇਹ ਗੱਲ ਹੈ ਕਿ 6 ਬੰਦੇ ਇੱਕ ਪਾਸੇ ਹੋ ਜਾਂਦੇ, 5 ਬੰਦੇ ਜਾਂ ਜਿਹੜੇ ਐਗਜ਼ੀਕਿਊਟਿਵ ਵਿੱਚ ਆ ਜਾਂਦੇ ਹਨ ਉਹ ਅਲੱਗ ਹੋ ਜਾਂਦੇ ਹਨ, ਦੂਸਰੇ ਅਲੱਗ ਰਹਿ ਜਾਂਦੇ ਹਨ। ਚੰਗੀ ਗੱਲ ਹੈ ਜੇ 11 ਵਿੱਚ ਕਮੇਟੀ ਬਣੇ, ਤੇ ਕੰਮ ਇਤਨੇ ਹਨ, ਬਹੁਤ ਜ਼ਿਆਦਾ ਕੰਮ ਹਨ, ਐਸੀ ਗੱਲ ਕੋਈ ਨਹੀਂ ਹੈ। ਕੋਈ ਧਾਰਮਿਕ ਇੰਚਾਰਜ ਵੀ ਬਣ ਸਕਦਾ ਹੈ, ਕੋਈ ਹੋਰ ਵੀ ਲੈ ਸਕਦਾ ਹੈ। ਆਏ ਹਾਂ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ, ਹੋਰ ਇਲੈਕਸ਼ਨ ਵਿੱਚ ਅਸੀਂ ਬੜੀ ਮਿਹਨਤ, ਉਸ ਵਕਤ ਤੇ ਅਸੀਂ ਕਹਿੰਦੇ ਸੀ ਵੋਟ ਹੀ ਦੇਵੇ ਕੋਈ, ਜਿਹੜੀ ਸੱਚੀ ਗੱਲ ਹੈ। ਤੇ ਜੇ ਅਸੀਂ ਇੰਨੀ ਮਿਹਨਤ ਕਰਦੇ ਹਾਂ ਇਲੈਕਸ਼ਨ ਜਿੱਤਣ ਦੇ ਲਈ, ਤੇ ਫਿਰ ਜਦੋਂ ਸਾਨੂੰ ਐਗਜ਼ੀਕਿਊਟਿਵ ਬਾਡੀ ਵਾਲੇ ਕੋਈ ਵੀ ਸੇਵਾ ਲਾਣਗੇ, ਸਾਡੀ ਮੀਟਿੰਗ ਹੋਈ ਹੈ 3 ਤਰੀਕ ਨੂੰ, ਅਸੀਂ 11 ਦੇ 11 ਮੈਂਬਰਸ ਨੇ ਮੀਟਿੰਗ ਕੀਤੀ ਹੈ, ਐਸੀ ਕੋਈ ਗੱਲ ਨਹੀਂ ਹੈ। ਤੇ ਇਹ ਵੀ ਅਸੀਂ ਉਹਨਾਂ ਨੂੰ ਸੁਨਿਸ਼ਚਿਤ ਕੀਤਾ ਹੈ ਕਿ ਅਸੀਂ ਆਪ ਜੀ ਦਾ ਪੂਰਾ ਸਹਿਯੋਗ ਕਰਾਂਗੇ। ਹੁਣ ਇਹ ਐਗਜ਼ੀਕਿਊਟਿਵ ਬਾਡੀ ਤੇ ਹੈ ਕਿ ਉਹ ਸਾਡੀ ਸੇਵਾਵਾਂ ਨੂੰ ਕਿਸ ਤਰ੍ਹਾਂ ਯੂਟੀਲਾਈਜ਼ ਕਰਨ, ਕਿਉਂਕਿ ਅਸੀਂ ਤੇ ਸੇਵਾ ਕਰਨੀ ਹੈ ਔਰ ਸੇਵਾ ਵੀ ਕਰਨੀ ਹੈ ਗੁਰੂ ਨੂੰ ਸਨਮੁਖ ਰੱਖ ਕੇ। ਤੇ ਜੇ ਉਹ ਇਸ ਯੋਗ ਸਾਨੂੰ ਸਮਝਦੇ ਹਨ, ਅਸੀਂ ਕਿਧਰੇ ਵੀ ਐਸੀ ਇਹ ਗੱਲ ਨਹੀਂ ਕਰਾਂਗੇ ਜਿਹੜੀ ਕਿ ਸਾਡੇ ਲਈ ਜਾਂ ਸਾਡੀ ਕੌਮ ਦੇ ਲਈ ਜਾਂ ਸਾਡੀ ਕਮਿਊਨਿਟੀ ਦੇ ਲਈ ਹਾਨੀਕਾਰਕ ਹੋਵੇ, ਬਲਕਿ ਉਹ ਕੰਮ ਕਰਾਂਗੇ ਜਿਹੜੇ ਕਿ ਕੌਮ ਦੇ ਲਈ, ਕੌਮ ਦੇ ਹਿੱਤਾਂ ਦੇ ਲਈ ਜਿਹੜੇ ਹਨ ਉਹ ਲਾਭਦਾਇਕ ਹੋਣ। ਵੀਰ ਜੀ ਬਹੁਤ ਵਧੀਆ ਵਿਚਾਰ ਲੱਗੇ ਨੇ ਤੁਹਾਡੇ, ਇੱਕ ਕੁਝ ਜਿਹਨੂੰ ਕਹਿੰਦੇ ਨੇ ਸੇਂਧ ਸਮਾਜ ਨੂੰ ਦੇਣ ਵਾਲੇ, ਔਰ ਵਧੀਆ ਲੱਗਿਆ। ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੁੰਦਾ ਜਦੋਂ ਅਸੀਂ ਏਦਾਂ ਵਿਚਾਰ ਕਿਸੇ ਤੋਂ ਸੁਣਦੇ ਹੁੰਦੇ ਹਾਂ, ਔਰ ਹਰ ਇੱਕ ਨੂੰ ਨਾਲ ਲੈ ਕੇ ਦੇਖੋ ਜੀ, ਮੈਂ ਇੱਕ ਲਾਸਟ ਤੇ ਗੱਲ ਕਹਾਂਗਾ,
ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ। ਦੇਖੋ ਢਾਡੀ ਤੋਂ ਭਾਵ ਹੈ ਅਕਾਲ ਪੁਰਖ ਦਾ ਨੀਚ ਸੇਵਕ। ਮੈਂ ਆਪ ਜੀ ਨੂੰ ਜੀ ਕਹਿ ਦੇਵਾਂ, ਜੇ ਸਾਡੇ ਵਿੱਚ ਉਹ ਨੀਚਤਾ ਆ ਜਾਏ, ਨੀਚਤਾ ਤੋਂ ਭਾਵ ਹੈ ਨਿਮਰਤਾ ਆ ਜਾਏ, ਤੇ ਬਿਲਕੁਲ ਅਸੀਂ ਦੋ ਗੱਲਾਂ ਅਸੀਂ ਜਿਹੜੀਆਂ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ। ਦੇਖੋ ਪਹਿਲੇ ਪਾਰਟੀਆਂ ਹੁੰਦੀਆਂ ਸੀ, ਪਾਰਟੀਆਂ ਦੇ ਬੈਨ ਦੇ ਥੱਲੇ ਇਲੈਕਸ਼ਨ ਲੜਦੇ ਸੀ ਸਾਰੇ। ਕਸ਼ਮੀਰ ਵਿੱਚ ਪੰਥਕ ਪਾਰਟੀ ਹੁੰਦੀ ਸੀ, ਅਕਾਲੀ ਦਲ ਹੁੰਦਾ ਸੀ। ਅੱਜ ਪਾਰਟੀਆਂ ਖਤਮ ਹੋ ਜੀ। ਗਈਆਂ। ਅੱਜ ਹੋਰ ਸਿਸਟਮ ਉੱਭਰ ਕੇ ਸਾਹਮਣੇ ਆ ਗਏ, ਤੇ ਉਹ ਸਿਸਟਮ ਵੀ ਖਤਮ ਹੋ ਗਿਆ। ਤੇ ਹੁਣ ਉਹ ਜਿਹੜਾ ਹੈ ਉਹ ਇੱਕ ਕੋਈ ਐਸੋਸੀਏਸ਼ਨ ਨਹੀਂ ਰਹੀ, ਕੁਛ ਨਹੀਂ ਰਹੀ, ਮਤਲਬ ਕਿਸ ਤਰ੍ਹਾਂ ਕੰਮ ਕਰਨਾ ਹੈ, ਕੀ ਕਰਨਾ ਹੈ, उसका लॉस होया। इन्हां चीज़ों पर बहुत ही एनालिसिस करने की लोड़ है, बहुत ही एनालिसिस करने की लोड़ है कि ऐसा क्यों हो बिल्कुल रहा है। बारामूले में कमेटी बनी है, उत्थे सारे मैंबरस बैठे हैं। जम्मू का भी असीं सुनिया सी कि सारे ही मैंबर बैठे हैं, तो अज मैं तुहाडे सुन रहा कि नहीं, उत्थे भी 5-6 का जिहड़ा तनासब है वो रह गया है, तो वो कौम के लिए हानिकारक है। तो मेरे ख्याल में सही इहो होएगा कि अगर पास्ट भी देखो, कहते हैं भुल्लण अंदर सबको आपुल गुरु करता। मैं ये नहीं कह सकता कि मैं परफेक्ट, कोई परफेक्ट नहीं है संसार में। साढ़े भी कोताहियां होंगी, साढ़े भी गलतियां हैं, तो एक जी गुरु ते ओ करतार जिहड़ा है वो आपुल है। तो जे असीं देखते हैं कि साढ़े भी कोई त्रुटियां हैं, तो बैठ के कोई भी गल जिहड़ी है वो दुबदा जिहड़ी है उस विचों वो दूर हो सकती है। तो कौमी हितां दे लई जिहड़े कारज हैं, हुण असीं पिछली बार जो कोई मीटिंग की सी, बड़े सोहणे विचार असीं 11 मैंबरां ने रखे हैं। असीं सब तो पहले बर्तनां दी फेंसिंग करनी, जिहड़ा असीं प्रायोरिटी ते रखिया होया काम, जिहड़ा रखिया होया। तो ऐसी गल नहीं है, 11 के 11 म्यूचुअली असीं बैठे हैं, मीटिंग हुई है, तो मीटिंग तो बाद जिहड़े कारज हैं ये असीं करने हैं। तो मेरे ख्याल में असीं मिल जुल के ही काम करिए, तो ये कौम के लिए, कौम के हितों के लिए अगे दे चेतीए तां कायत मिले सजाए। क्योंकि इस वक्त साढ़े जिहड़े चौतरफी विरोधी ताकतां हैं, सिख विरोधी ताकत, वो सानू निगलण की कोशिश कर रही हैं, निगलण की कोशिश कर रही हैं। तो सानू कोशिश करनी चाहिए कि असीं, हाँ, इसका मैं 2 फैक्टर आप जी मैंने भुल गई सी। इसका फैक्टर एक है कि एक तो असीं तां ये कामयाब होवांगे, एक तो असीं किसी इंडिविजुअल के नाल एसोसीएशन नहीं रखनी। कई बार असीं इंडिविजुअल के नाल एसोसीएट हो जाते, असीं गुरु नाल एसोसीएट होइए। दूसरी गल, कई बार असीं पार्टियां दे नाल एसोसीएट होंगे। जिथे ये 2 गल्लां आ जाउंदियां उत्थे तनासब हो जाता है, जिहड़ी सीधी गल है। जे वो चीज़ साडे विचों खत्म हो जाए तो फिर मेरे ख्याल में, और असीं ये सोच के चलिए कि असीं गुरुद्वारा प्रबंधक, गुरुद्वारे के प्रबंधक ना कि लीडर। पर जो साढ़े विच सोच आती है असीं प्रबंधक घट बनते हैं तो लीडर ज्यादा बन जाते, तो फिर ना असीं वो जी कहते हैं जाग का फॉल ट्रेडर्स पर मास्टर ऑफ नन, कारे नजार बदस्ते गिलकार, फारसी का शेर है। वो कारपेंटर कभी इसका काम नहीं कर सकता, इन्हां दुश्मन का जो मैसन होंदा है। तो असीं कोशिश करते हैं प्रबंधक घट बनने की, तो लीडर ज्यादा बनने की, तो ना लीडर ही बन सकते हैं तो ना प्रबंधक ही बन सकते हैं। कोशिश करिए कि गुरुद्वारा प्रबंधक असीं चुन के आए हैं, तो गुरुद्वारे के प्रबंध विच ही असीं अपनी रुचि जिहड़ी है, डिवोशन जिहड़ी है वो दसीए। ये मेरा अपना जो निजी राय है मेरी यही। ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ 11 ਮੈਂਬਰ ਜਿਹੜੇ ਨੇ ਔਰ ਗੁਰਦੁਆਰਾ ਪ੍ਰਬੰਧਨ ਦੇ ਵਿੱਚ 11 ਦਾ ਹੀ ਰੋਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹਨਾ, ਕਿਉਂਕਿ 11 ਦੇ 11 ਨੂੰ ਸੰਗਤ ਨੇ ਚੁਣ ਕੇ ਭੇਜਿਆ ਹੋਇਆ ਵਾ। जी जी ਸੰਗਤ बिल्कुल। ਚਾਹੁੰਦੀ ਸੀ, ਜਿੱਥੋਂ ਤੁਸੀਂ ਜਿਸ ਖੇਤਰ ਦੇ ਵਿੱਚ, ਤੁਸੀਂ ਜਿਸ ਏਰੀਆ ਦੇ ਵਿੱਚ ਤੁਸੀਂ ਇਲੈਕਸ਼ਨ ਦੇ ਵਿੱਚ ਖੜੇ ਹੋਏ ਹੋ, ਸੰਗਤ ਨੇ ਤੁਹਾਨੂੰ ਚੁਣਿਆ। ਤੁਹਾਡੇ ਨਾਲ ਸੰਗਤ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਕਿ ਇਹ ਸਾਡਾ ਕੈਂਡੀਡੇਟ ਹੈ ਔਰ ਜਾ ਕੇ ਗੁਰਦੁਆਰਾ ਪ੍ਰਬੰਧਨ ਦੇ ਵਿੱਚ ਸੇਵਾ ਕਰੇਗਾ। ਔਰ ਜੇਕਰ ਜੰਮੂ ਦੀ ਗੱਲ ਕੀਤੀ ਜਾਵੇ, ਇੱਥੇ ਇੱਕ ਗੱਲ, ਚਲੋ ਇਹ ਹਜੇ ਤੱਕ ਤੇ ਬਹੁਤ ਵਧੀਆ ਹੈ ਕਿ ਜਦੋਂ ਕੋਈ ਵੀ ਪ੍ਰੈਸ ਕਾਨਫਰੰਸ ਹੁੰਦੀ ਹੈ ਤਾਂ ਬਹੁਤੀ ਗਿਣਤੀ ਦੇ ਵਿੱਚ ਸਾਰੇ ਹੀ ਮੈਂਬਰ ਸਾਹਿਬਾਨ ਜਿਹੜੇ ਇਕੱਠੇ ਉੱਤੇ ਵੇਖਣ ਨੂੰ ਮਿਲਦੇ ਨੇ। ਔਰ ਇਉਂ ਹੀ ਜਿਹੜਾ ਮੈਂ ਆਪਾਂ ਚਾਹਾਂਗੇ ਕਿ ਜਿਹੜੇ ਹਰ ਇੱਕ ਦੀ ਰਾਏ ਲਈ ਜਾਵੇ, ਕਿਉਂਕਿ ਹਰ ਇੱਕ ਨੂੰ ਸੰਗਤ ਨੇ ਚੁਣ ਕੇ ਭੇਜਿਆ ਹੋਇਆ, ਭਾਵੇਂ ਉਸਦੀ ਕੋਈ ਡੈਜ਼ਿਗਨੇਸ਼ਨ ਹੈ, ਕੋਈ ਖਜ਼ਾਨਚੀ ਹੈ, ਕੋਈ ਪ੍ਰਧਾਨ, ਕੋਈ ਮੀਤ ਪ੍ਰਧਾਨ, ਕੋਈ ਸਕੱਤਰ ਹੈ ਹਨਾ, ਕੋਈ ਪ੍ਰਚਾਰ ਦੇ ਲਈ ਉਹਨਾਂ ਨੂੰ ਡੈਜ਼ਿਗਨੇਸ਼ਨ ਮਿਲੀਆਂ ਹੋਈਆਂ ਨੇ। ਪਰ ਜਿਨ੍ਹਾਂ ਦੇ ਜਿਹੜੇ ਦੂਸਰੇ ਮੈਂਬਰ ਨੇ ਉਹ ਵੀ ਸੰਗਤ ਦੇ ਚੁਣੇ ਹੋਏ ਹੀ ਨੇ, ਤੇ ਸਾਰਿਆਂ ਦੀ ਇੱਕ जी जी ਰਾਏ जी ਲੈ ਕੇ ਚੱਲਣਾ, ਸਾਰਿਆਂ ਦਾ ਸਾਥ ਲੈ ਕੇ ਚੱਲਣਾ ਹਨਾ, ਤਾਂ ਬਹੁਤ ਜ਼ਿਆਦਾ जी। ਜ਼ਰੂਰੀ ਹੈ। ਵੀਰ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ देखो ਕਰਕੇ, ਔਰ लास्ट में ਬਹੁਤ एक गल आप जी नूं कहांगा, मैं भैन जी, कि जे गुरु गुरु साहब की बख्शिश हो जाए साढ़े ते, नहीं हो रही मेरे ख्याल में, तो गुरु अर्जन देव जी के शब्द जिहड़े हैं कि सतगुरु शब्द उजारो दी काल ते साढ़े अंदरों ते मंदिर तो पावे साड़ा हिरदा, वो साड़ा अंधकार जिहड़ा है, होमे जिहड़ा है, ईगो जिहड़ा है, असीं एक कोशिश करिए वो टुट जाए। ते ਬਿਲकुल सतना दे गुण हैं साढ़े अंदर,
ਰਤਨ ਕੋਠੜੀ ਖੁੱਲੀ ਅਨੂਪਾ। ਤੇ ਉਹ ਜਿਹੜੀ ਇੱਕ ਕੋਠੜੀ ਹੈ ਸਾਡੇ ਅੰਦਰ ਗੁਣਾਂ ਦੀ, ਉਹ ਪ੍ਰਗਟ ਹੋ ਜਾਏ ਤੇ ਅਸੀਂ ਪੰਥ ਦੇ ਪ੍ਰਤੀ ਵਫਾਦਾਰ ਹੋ ਕੇ ਸਾਰੇ ਹੀ ਕੰਮ ਕਰੀਏ। ਅਸੀਂ ਇਹੀ ਅਰਦਾਸ ਕਰੀਏ ਅਕਾਲ ਪੁਰਖ ਕੋਲ ਕਿ ਸਾਡੇ ਸਾਰਿਆਂ ਤੇ ਇਹੀ ਬਖਸ਼ਿਸ਼ ਕਰ। ਤੇ ਇੱਥੇ ਹੀ ਮੈਂ ਆਪ ਜੀ ਦਾ ਜੀ ਧੰਨਵਾਦ ਕਰਦਾ ਹਾਂ ਕਿ ਆਪ ਜੀ ਨੇ ਮੌਕਾ ਜੀ ਦਿੱਤਾ ਆਪ ਹੈ। ਜੀ ਦਾ ਅਸੀਂ ਜੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚ ਜਿਹੜੇ ਸੰਗਤਾਂ ਨਾਲ ਜਿਹੜੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਇੱਕ ਬਾਣੀ ਚੈਨਲ ਦੇ ਰਾਹੀਂ। ਔਰ ਜਦੋਂ ਵੀ ਤੁਹਾਨੂੰ ਚੇਤਾ ਕੀਤਾ ਜਾਂਦਾ ਹੈ, ਤੁਸੀਂ ਆਪਣੇ ਵਿਚਾਰ ਬਾਖੂਬੀ ਬੜੇ ਸੋਹਣੇ ਤਰੀਕੇ ਦੇ ਨਾਲ ਸਾਂਝੇ ਕਰਦੇ, ਇੱਕ ਚੰਗਾ ਮੈਸੇਜ ਸਮਾਜ ਦੇ ਵਿੱਚ ਦੇਣ ਦੀ ਜਿਹੜੀ ਕੋਸ਼ਿਸ਼ ਤੁਹਾਡੇ ਵੱਲੋਂ ਕੀਤੀ ਗਈ ਹੈ, ਮੈਂ ਉਸ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਆਪ ਜੀ ਦਾ ਵੀ ਖਾਲਸਾ, ਵਾਹਿਗੁਰੂ ਧੰਨਵਾਦ। ਜੀ ਕੀ ਫਤਿਹ। ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਖਾਲਸਾ ਵਾਹਿਗੁਰੂ।